अहम खबर जो अज दी है, अहम खबर यह है कि MSP ਦੇ ਉੱਤੇ ਗੱਲਬਾਤ ਨੂੰ ਲੈ ਕੇ ਜ਼ਰੂਰ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ MSP ਦੇ ਉੱਤੇ ਗੱਲਬਾਤ ਹੋਵੇ। MSP ਤੇ ਗੱਲਬਾਤ ਦਾ ਮਤਲਬ ਕੀ? ਕਿਉਂਕਿ ਸਰਕਾਰ ਨੇ ਪਹਿਲਾਂ ਕਿਹਾ ਸੀ ਕਿ MSP ਤੇ ਗੱਲਬਾਤ ਹੋਵੇ। ਮਤਲਬ ਕੀ ਦਾ ਮੇਰਾ ਅਸੀਂ ਇਹ ਕਹਿਣਾ ਚਾਹ ਰਹੇ ਹਾਂ ਕਿ ਜੇਕਰ MSP ਤੇ ਗੱਲਬਾਤ ਹੁੰਦੀ ਹੈ ਤਾਂ ਕੀ ਲਿਖਤੀ ਭਰੋਸਾ ਕੋਈ ਚਾਹੁੰਦੇ ਨੇ ਕਿਸਾਨ ਆਗੂ, ਕਿਸਾਨ ਜਥੇਬੰਦੀਆਂ, ਜਾਂ ਫਿਰ MSP ਦੇ ਉੱਤੇ ਕੋਈ ਕਾਨੂੰਨ ਦੀ ਮੰਗ ਹੋ ਰਹੀ ਹੈ? ਜੇਕਰ ਇਹ ਹੁੰਦਾ ਤਾਂ ਬਹੁਤ ਵੱਡੀ ਗੱਲ ਹੋ ਸਕਦੀ ਹੈ, ਕਿਉਂਕਿ ਹੁਣ ਤੱਕ ਇਹੀ लगातार इतराज किसानों के वलों, किसान जथेबंदियों के वलों फसलों की खरीद को लैके जताया जाता रहा है कि जो 23 फसलों की MSP सरकार तय करती है तो फिर सिर्फ पंजाब का मैं जिक्र करा, पंजाब हरियाणा का असीं जिक्र करिए खास तौर पर पंजाब का, तो इत्थे सिर्फ 2 फसलां ही क्यों MSP के उत्ते विकदियां ने? एक फसल झोना ते दूजी कणक, ते उस तो बाद वो चाहे सरों होवे, वो चाहे मक्की होवे, चाहे नरमा होवे या बाजरा होवे या होर जिहड़ियां फसलां हैगियां जिन्हां दे उत्ते MSP है ਉਹ नहीं विकदियां MSP ਦੇ ਉੱਤੇ, ਉਸ ਤੋਂ ਹੇਠਾਂ ਵਿਕਦੀਆਂ ਨੇ। ਖਾਸ ਤੌਰ ਤੇ ਅਸੀਂ ਨਰਮੇ ਦੀ ਬੈਲਟ ਦਾ ਜ਼ਿਕਰ ਕਰ ਲਈਏ, ਪੂਰਾ ਬਠਿੰਡੇ ਵਾਲਾ ਇਲਾਕਾ, ਤਾਂ ਕਿਸਾਨ ਲਗਾਤਾਰ ਇਤਰਾਜ਼ ਜਤਾਉਂਦੇ ਨੇ ਕਿ ਦੇਖੋ ਨਰਮੇ ਦਾ ਤੁਸੀਂ ਭਾਅ ਰੱਖ ਦਿੱਤਾ 57-5800 ਰੁਪਏ MSP ਉਸਦਾ, ਪਰ ਖਰੀਦ ਕਿੰਨੀ ਹੁੰਦੀ ਹੈ? ਖਰੀ ਹੁੰਦੀ ਹੈ 4200, 4300, 4400, 4500, ਇਸ ਤਰੀਕੇ ਨਾਲ ਕਿਉਂ ਘੱਟ ਹੁੰਦੀ ਹੈ? ਮੱਕੀ ਨੂੰ ਲੈ ਕੇ ਵੀ ਬਹੁਤ ਇਹ ਸਵਾਲ ਉੱਠਦੇ ਨੇ ਕਿ ਮੱਕੀ ਦਾ ਰੇਟ 1700 ਰੁਪਏ ਹੈ ਤੇ ਫਿਰ ਵਿਕਦੀ ਮੱਕੀ ਹੈ 800 ਤੇ 900 ਤੇ 1000, 1100, ਵੱਧ ਤੋਂ ਵੱਧ 1150 ਇਸ ਤਰੀਕੇ ਨਾਲ ਰੇਟ ਮਿਲਦਾ ਹੈ। ਇਸ ਨੂੰ ਲੈ ਕੇ ਇਤਰਾਜ਼ ਹੈ। ਤਾਂ ਜੇ MSP ਤੇ ਚਰਚਾ ਹੁੰਦੀ ਹੈ ਤਾਂ ਸਵਾਲ ਇਹ ਹੈ ਕਿ ਵੱਡੀ ਖਬਰ ਹੋ ਸਕਦੀ ਹੈ ਇਹ MSP ਤੇ ਚਰਚਾ ਦੇ ਨਾਲ। ਮੈਂ ਇੱਕ ਵਾਰੀ ਫਿਰ ਤੋਂ ਪੰਕਜ ਕਬਾਈ ਦਾ ਰੁਖ ਕਰਦਾ। ਅਸੀਂ ਲਗਾਤਾਰ ਤੁਹਾਨੂੰ ਹਰ ਮੀਟਿੰਗ ਦਾ ਅਪਡੇਟ ਵੀ ਦੇ ਰਹੇ ਹਾਂ ਕਿ ਹੁਣ ਤੱਕ 8 ਗੇੜ ਦੀ ਮੀਟਿੰਗ ਹੋ ਚੁੱਕੀ ਹੈ ਆਫੀਸ਼ੀਅਲ ਤੌਰ ਦੇ ਉੱਤੇ, ਰਸਮੀ ਤੌਰ ਦੇ ਉੱਤੇ। ਇੱਕ ਮੀਟਿੰਗ ਜਿਹੜੀ ਅਮਿਤ ਸ਼ਾਹ ਦੇ ਨਾਲ ਬੇਨਤੀਜਾ ਰਹੀ ਸੀ, ਉਹ ਅਨਅਫੀਸ਼ੀਅਲ ਗੈਰ ਰਸਮੀ ਤੌਰ ਦੇ ਉੱਤੇ ਹੋਈ ਸੀ। 13 ਜਥੇਬੰਦੀਆਂ ਦੇ ਆਗੂ ਉਸ ਮੀਟਿੰਗ ਦੇ ਵਿੱਚ ਪਹੁੰਚੇ ਸੀ। 8 ਦਸੰਬਰ ਦਾ ਉਹ ਦਿਨ ਸੀ ਜਦੋਂ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਸੀ। ਮੈਂ ਇੱਕ ਵਾਰ ਫਿਰ ਤੋਂ ਪੰਕਜ ਕਬਾਈ ਦਾ ਰੁਖ ਕਰਦਾ। ਪੰਕਜ, MSP ਨੂੰ ਲੈ ਕੇ ਤੁਸੀਂ ਅਪਡੇਟ ਦੇ ਰਹੇ ਹੋ, MSP ਨੂੰ ਲੈ ਕੇ ਥੋੜਾ ਜਿਹਾ ਸਮਝਾਓ ਸਾਡੇ ਦਰਸ਼ਕਾਂ ਨੂੰ ਕਿ ਕਿਸਾਨ ਜਥੇਬੰਦੀਆਂ ਮੰਗ ਤਾਂ ਕਰ ਰਹੀਆਂ ਨੇ ਕਿ MSP ਦੇ ਉੱਤੇ ਗੱਲਬਾਤ ਹੋਵੇ। ਕੀ ਉਹਨਾਂ ਦੀ ਮੰਗ ਹੈ? MSP ਨੂੰ ਕਾਨੂੰਨੀ ਰੂਪ ਦੇਣਾ ਚਾਹੁੰਦੇ ਨੇ MSP ਨੂੰ ਲੈ ਕੇ, ਕਿਉਂਕਿ ਸਰਕਾਰ ਕਹਿ ਰਹੀ ਹੈ ਕਿ ਅਸੀਂ ਲਿਖਤੀ ਭਰੋਸਾ ਦੇਣ ਨੂੰ ਤਿਆਰ ਹਾਂ, ਤਾਂ ਦੋਵਾਂ ਦੇ ਵਿਚਾਲੇ ਗੱਲਬਾਤ ਕਿੱਥੇ ਵੱਧ ਰਹੀ ਹੈ, ਕਿਹੜੇ ਪੁਆਇੰਟ ਦੇ ਉੱਤੇ ਵੱਧ ਰਹੀ ਹੈ? ਪੰਕਜ गौरव, इस वेले की सब तो अहम जानकारी है कि खेतीबाड़ी मंत्री ने किसान जथेबंदियां के सामने हुण गेंद जिहड़ी उन्हां दे पाले दे विच पा दित्ती। उन्होंने कहा कि अगर MSP नूं लैके सहमति बन जाती है, MSP नूं लैके किसान जथेबंदियां मन जांदियां ने, तां की अंदोलन खत्म होएगा? ये इस वेले की सब तो वड्डी जानकारी मिल रही है कि किसान जथेबंदियां नूं पुछया गया है। 3 कानूनां नूं लैके लगातार रेड़का बनया होया। 3 कानूनां नूं लैके 7वें 8वें दौर की मीटिंग दे विच किसान जथेबंदियां कह रही सीगियां कि पहलां क्लीयर करो कि किसान जथेबंदियां जिहड़ियां ने 3 कानून रद्द होणगे, उस तो बाद MSP नूं लैके चर्चा करांगे। लेकिन जदों सुप्रीम कोर्ट दे विच कमेटी बन गई, सुप्रीम कोर्ट ने नवे कानूनां दे उत्ते रोक लगा दित्ती, लागू नहीं होणगे। उस तो बाद अज दी मीटिंग दे विच किसान जथेबंदियां मंग कर रही ने, किसान जथेबंदियां कह रही ने कि 3 कानूनां दे बाद विच गल कर लैंदे आ, पहलां MSP नूं लैके चर्चा करो, MSP नूं लैके कानून बनाओ। ਤਾਂ ਸਰਕਾਰ ਨੇ ਹੁਣ ਕਿਸਾਨਾਂ ਦੇ ਸਾਹਮਣੇ ਗੇਂਦ ਪਾਈ ਹੈ, ਕਿਸਾਨਾਂ ਦੇ ਸਾਹਮਣੇ ਗੱਲ ਰੱਖੀ ਹੈ। ਸਰਕਾਰ ਵੱਲੋਂ ਇਹ ਤਰਕ ਦਿੱਤਾ ਗਿਆ ਕਿ ਅਗਰ MSP ਨੂੰ ਲੈ ਕੇ ਸਹਿਮਤੀ ਬਣ ਗਈ ਤਾਂ ਕੀ ਕਿਸਾਨ ਜਥੇਬੰਦੀਆਂ ਅੰਦੋਲਨ ਖਤਮ ਕਰਨਗੀਆਂ? ਇਸ ਵੇਲੇ ਦੀ ਸਭ ਤੋਂ ਅਹਿਮ ਜਾਣਕਾਰੀ ਜੋ ਕਿਸਾਨ ਜਥੇਬੰਦੀਆਂ ਦੇ ਸਾਹਮਣੇ ਖੇਤੀਬਾੜੀ ਮੰਤਰੀ ਨੇ ਰੱਖੀ ਹੈ ਇਹ ਗੱਲ कि अंदोलन खत्म होएगा MSP ਨੂੰ ਲੈ ਕੇ अगर सहमति बन गई, क्योंकि इस तो पहला सरकार 7वें ਅਤੇ 8वें दौर च कह रही सी कि MSP ਨੂੰ ਲੈ ਕੇ ਤੁਹਾਡੀਆਂ ਕੀ ਮੰਗਾਂ ਨੇ, ਤੁਹਾਡੀਆਂ ਕੀ ਗੱਲਾਂ ਨੇ, ਚਰਚਾ ਕਰੋ। लेकिन किसान जथेबंदियां राजी नहीं सी। लेकिन जो सुप्रीम कोर्ट ने लागू 3 कानून ते रोक लगा दी कि लागू नहीं होणगे, ਤਾਂ ਹੁਣ किसान जथेबंदियां कह रही ने कि MSP ਨੂੰ ਲੈ ਕੇ सरकार चर्चा करे, MSP ਨੂੰ ਲੈ ਕੇ सरकार ਭੱਜੇ ना। MSP ਦਾ ਜ਼ਿਕਰ ਇਸ ਕਰਕੇ ਕਰ ਰਹੇ ਹਾਂ ਕਿਉਂਕਿ पंजाब ਅਤੇ हरियाणे ਦੇ ਵਿੱਚ 23 ਫਸਲਾਂ ਦੇ ਉੱਤੇ MSP ਹੈ। ਲੇਕਿਨ ਕਿਸਾਨਾਂ ਦਾ ਹਮੇਸ਼ਾ ਇਹ ਸ਼ਿਕਾਇਤ ਰਹਿੰਦੀ ਹੈ, ਕਿਸਾਨਾਂ ਦਾ ਹਮੇਸ਼ਾ ਤਰਕ ਰਹਿੰਦਾ ਹੈ ਕਿ ਝੋਨੇ ਅਤੇ ਕਣਕ ਦੇ ਉੱਤੇ ਪੂਰੀ MSP ਮਿਲਦੀ ਹੈ, लेकिन बाकी फसलों ते चाहे नरमे की गल होवे, चाहे बाकी फसलों की गल होवे, उत्थे पूरी MSP नहीं मिलती। और इस अंदोलन दे विच इस गल का जिक्र हो रहा है कि सिर्फ पंजाब और हरियाणा च नहीं, पूरे देश दे विच MSP नूं लैके कानून बने। सरकार पूरे देश नूं लैके MSP नूं लैके कानून बनावे। लिखती तौर पर भरोसा सरकार दे चुकी है। सरकार पहलां कहती रही है कि लिखती तौर पर भरोसा दे रहे हैं कि पहला जिस तरीके नाल MSP ते फसलां विकदियां सी उस तरीके नाल फसलां विकणगी, MSP किते नहीं जा रही। तां हुण MSP नूं लैके चर्चा हो रही है और बाकायदा तौर पर जिक्र हो रहा है कि MSP नूं लैके सरकार कानून बनाएगी। MSP नूं लैके किसान जथेबंदियां की प्रपोजल
ਸਰਕਾਰ ਦੇ ਸਾਹਮਣੇ ਰੱਖਣਗੀਆਂ। ਲੇਕਿਨ ਉਸ ਤੋਂ ਪਹਿਲਾਂ ਸਰਕਾਰ ਨੇ ਦੋ ਗੱਲਾਂ ਕਹੀਆਂ ਸੀ। ਸਰਕਾਰ ਵੱਲੋਂ, ਖੇਤੀਬਾੜੀ ਮੰਤਰੀ ਵੱਲੋਂ ਪਹਿਲਾਂ ਜਿਵੇਂ ਲੰਚ ਖਤਮ ਹੋਇਆ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਕਿ ਐਮਐਸਪੀ ਤੇ ਚਰਚਾ ਉਦੋਂ ਹੋਏਗੀ ਜਦੋਂ ਕਿੰਨੇ ਕਾਨੂੰਨਾਂ ਨੂੰ ਲੈ ਕੇ ਕੋਈ ਫੈਸਲਾ ਜਥੇਬੰਦੀਆਂ ਲੈਣਗੀਆਂ। ਲੇਕਿਨ ਉਸ ਤੋਂ ਬਾਅਦ ਨਰਿੰਦਰ ਸਿੰਘ ਤੋਮਰ ਹੋਰਾਂ ਨੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਐਮਐਸਪੀ ਤੇ ਚਰਚਾ ਕਰ ਲੈਣੇ, ਐਮਐਸਪੀ ਤੇ ਇੱਕ ਸਹਿਮਤੀ ਬਣਾ ਲੈਣੇ, ਲੇਕਿਨ ਕੀ ਉਸ ਤੋਂ ਬਾਅਦ ਅੰਦੋਲਨ ਖਤਮ ਹੋਏਗਾ? ਇਹ ਕਿਸਾਨ ਜਥੇਬੰਦੀਆਂ ਤੋਂ ਸਵਾਲ ਪੁੱਛਿਆ ਗਿਆ ਹੈ। ठीक है पंकज, मैं तुहाडे कोल वापस आना। इस समय की वड्डी खबर असीं अपने दर्शकों तक पहुंचा रहे हैं। एमएसपी नूं लैके चर्चा की मंग ते इस विचाले खेतीबाड़ी मंत्री का सीधा सवाल। देखो 8 गेड़ की मीटिंग दे विच इस तरीके नाल गलबात तां नहीं हुई। पहलां गलबात हो रही सी, 5-5 6-6 घंटे गलबात हुंदी सी, नतीजा सिफर सी। तां की अज दी ओह मीटिंग जिस दे विच उम्मीद ज्यादा किसी ने नहीं लगाई, तां की इस मीटिंग दे विच कुछ निकल के सामने आ रहा है कि इस मीटिंग के जरिए कोई नतीजा निकल सकता है कि एमएसपी दे उत्ते जेकर सरकार कोई बहुत बड़ा फैसला कर लेंदी है तां कि खेती कानूनां नूं लैके जिहड़ा रेड़ क्या वो खत्म हो सकता है। बहुत सारे सवाल ने, क्योंकि हुण खेतीबाड़ी मंत्री ने सीधा किसान जथेबंदियां नूं सवाल कर दिता कि तुसीं दसो कि जेकर एमएसपी दे उत्ते चर्चा हुंदी है, एक राय बन जाती है, सहमति बन जाती है, तां कि जिहड़े अंदोलन है उसकी समाप्ति हो सकती है। वड्डी खबर है इस समय दी, असीं अपने दर्शकों नूं दस रहे हां। इस समय किसानां ते केंद्र दे विचाले मीटिंग जारी है। विज्ञान भवन दे विच 9वें गेड़ की मीटिंग ते इस मीटिंग दे विच हालांकि शुरुआत तो ज्यादा नतीजे की उम्मीद तो नहीं जताई जा रही, क्योंकि सुप्रीम कोर्ट दे विच पूरा मामला उथों रोक लग चुकी है केंद्रीय खेती कानूनां दे उत्ते। पर इस विचाले एमएसपी ते चर्चा की मंग किसानां दे वल्लों कीती गई कि तुसीं एमएसपी दे उत्ते चर्चा करो। जिवें पंकज भी जिक्र कर रहे सी कि देखो एमएसपी ते चर्चा इस करके भी जरूरी हो जाती है क्योंकि हुण तक 23 फसलों के उत्ते केंद्र की सरकार एमएसपी यानी कि घट्टो घट समर्थन मुल तय कर दी है। पर किसानों का तर्क यह है कि मिलदा किन्नियां फसलों के उत्ते सरकार तय कर रही है, उस दे विच कोई प्रॉब्लम नहीं, वो वधिया गल है तय कर रही है। सरकार जो वार वार किसानों को यह भी भरोसा दिंदी है कि असीं तुहानूं लिखती तौर के उत्ते भरोसा देने के लिए तैयार हाँ कि एमएसपी जिहड़ी केंद्र के वल्लों तय की जाती है वो अगे भी इस तरीके नाल तय की जाएगी। तो फिर किसान सवाल पूछते हैं कि तुहानूं एमएसपी तुसीं एमएसपी तय करोगे, अगे भी तय करते रहोगे, वो सानू भी पता है, उस दे विच कोई दो राय नहीं है। पर किसान कह रहे हैं कि साडी समस्या या खदशा सरकारी खरीद नूं लैके है, एमएसपी दे उत्ते खरीद नूं लैके है कि जेकर सरकार ने अज दी रेट दे विच 1880 के करीब झोने दा मुल है, झोने दा एक एमएसपी तय किया गया है। ते जेकर सरकार अगे भी इस तरीके नाल एमएसपी तय करती है, वो चाहे वध तय करे, थोड़ा होर वधा दिता जांदा है जिवें हर साल, पर जे एमएसपी तय कर दी गई पर सरकारी खरीद ना हुई या फिर खरीददार ना मिलया तो फिर इस एमएसपी का मतलब की रह जाएगा। किसान उदाहरण देके सवाल पूछते हैं सरकार नूं कि सिर्फ कणक झोने का जिक्र नहीं, तुसीं 23 फसलों के विचों किन्ने दे उत्ते एमएसपी सानू मिलता है वो सानू दसो। ਅਸੀਂ लगातार मीटिंग तो अपडेट लेने की कोशिश कर रहे हैं। पंकज कपाही साडे सहयोगी लगातार साडे नाल ने। पंकज जिवें तुहाडे कोल अपडेट आंदा है मैं तुहाडे कोल आवांगा। इस समय साडे नाल साडे सहयोगी भुल्लरजीत भी जुड़ रहे हैं, मैं भुल्लर दा रुख करांगा। भुल्लर की कुछ तुहाडे कोल इस समय अपडेट है? देखो मीटिंग दे विच एमएसपी नूं लैके चर्चा ते सवाल पुछ रहे ने सरकार दे मंत्री खेतीबाड़ी मंत्री कि जेकर एमएसपी दे उत्ते सहमति बनी तां की किसान धरना प्रदर्शन अंदोलन खत्म कर देंगे। बहुत बड़ी खबर अज दे दिन दी। भुल्लर की कुछ किसान जथेबंदियां दा कहना है, किसान आगूआं दा कहना है जिन्हां दे विचाले तुसीं मौजूद हो, जिस तरीके नाल खबरां लाजमी तौर ते उन्हां दे कोल भी पहुंच रही होणगीआं न्यूज़ 18 दे जरिए ही इस मीटिंग नूं अपडेट्स जिहड़ियां हैगा मीटिंग नूं लैके। भुल्लर बिल्कुल गौरव, तो साडे नाल इत्थे किसान भी खड़े ने, उन्हां नूं पुछदे हां, गलबात भी करांगे। बापू जी अंदर मीटिंग दे विच अज गलबात हुई है, ਜਿਹੜਾ ਖੇਤੀਬਾੜੀ ਮੰਤਰੀ ਹੈ ਕੇਂਦਰੀ ਉਹ ਕਹਿ ਰਿਹਾ ਗੱਲ ਨਰਿੰਦਰ ਸਿੰਘ ਤੋਮਰ ਕਿ ਜੇ ਐਮਐਸਪੀ ਦੀ ਗੱਲ ਕਿਸਾਨਾਂ ਦੀ ਮੰਨ ਲਈਏ ਫਿਰ ਸੰਘਰਸ਼ ਖਤਮ ਕਰ ਦੋਗੇ ਕੱਲੀ ਐਮਐਸਪੀ ਦੀ? ਨਾ ਭਾਈ, ਸਾਰੇ ਕਾਨੂੰਨ ਰੱਦ ਕਰਾਉਣੇ ਨਾ, ਉਹਨਾਂ ਵਾਸਤੇ ਹੀ ਬੈਠੇ ਆ ਪੁੱਤ, ਕਾਨੂੰਨ ਰੱਦ ਕਰਾਉਣ ਵਾਸਤੇ। ਹਾਂ ਤਾਂ ਕਹਿ ਰਹੇ ਨੇ ਕਿ ਐਮਐਸਪੀ ਦੇ ਨਾਲ ਕੋਈ ਫਰਕ ਨਹੀਂ ਪੈਣਾ, ਕਾਨੂੰਨ ਰੱਦ ਹੋਣੇ ਚਾਹੀਦੇ ਨੇ। ਤਾਂ ਕੈਮਰਾਮੈਨ ਨੂੰ ਕਹਿਣਾ ਮੇਰੇ ਨਾਲ ਆਉਣਗੇ, ਹੋਰ ਵੀ ਬੰਦੇ ਨੇ ਕਿਸਾਨ ਇੱਥੇ ਹੈਗੇ ਨੇ, ਗੱਲਬਾਤ ਕਰਦੇ ਆ ਆਪਾਂ ਕਿਸਾਨਾਂ ਦੇ ਨਾਲ। ਤਾਂ ਮੀਟਿੰਗ ਦੇ ਵਿੱਚ ਗੱਲ ਹੋਈ ਹੈ, ਮੀਟਿੰਗ ਦੇ ਵਿੱਚ ਕਹਿ ਰਹੇ ਨੇ ਕੇਂਦਰੀ ਮੰਤਰੀ ਨੇ ਕਿਹਾ ਕਿ ਜੇਕਰ ਅਸੀਂ ਐਮਐਸਪੀ ਨੂੰ ਲਾਜ਼ਮੀ ਕਰ ਦਈਏ ਤਾਂ ਕੀ ਤੁਸੀਂ ਸੰਘਰਸ਼ ਖਤਮ ਕਰ ਦੋਗੇ? ਨਹੀਂ, ਐਮਐਸਪੀ ਖਤਮ ਹੋਣ ਦੇ ਨਾਲ ਬਿਲਕੁਲ ਨਹੀਂ ਸੰਘਰਸ਼ ਖਤਮ ਹੋਊਗਾ। ਇਹ ਪੂਰੇ ਬਿੱਲ ਜਦੋਂ ਰੱਦ ਹੋਣਗੇ ਫੇਰ ਹੀ ਸੰਘਰਸ਼ ਨੂੰ ਖਤਮ ਕਰਕੇ ਜਾਵਾਂਗੇ, ਨਹੀਂ ਤਾਂ ਉਹਨਾਂ ਚਿਰ ਅਸੀਂ ਇਹ ਬਿਲਕੁਲ ਰੱਦ ਕਰਾਉਣਾ ਹੈ, ਇੱਥੇ ਡਟ ਕੇ ਬੈਠੇ ਰਹਾਂਗੇ। ਇਕੱਲੀ ਐਮਐਸਪੀ ਤੇ ਨਹੀਂ, ਅਸੀਂ ਪੂਰਾ ਰੱਦ ਕਰਾਉਣਾ ਹੈ। ਐਮਐਸਪੀ ਜੇ ਹਟਾਉਣਗੇ ਇਹ ਦੁਬਾਰਾ ਫਿਰ ਇਹ ਕਾਨੂੰਨ ਨੂੰ ਕਿਤੇ ਨਾ ਕਿਤੇ ਇਹਦੇ ਵਿੱਚ ਐਮਐਸਪੀ ਜੋੜੀ ਜਾਊਗੀ ਜਦੋਂ ਇਹਦੀ ਸੋਧ ਕੀਤੀ, ਪਰ ਅਸੀਂ ਇਹਦੀ ਸੋਧ ਨਹੀਂ, ਅਸੀਂ ਇਹਨੂੰ ਬਿਲਕੁਲ ਰੱਦ ਕਰਾਉਣਾ ਚਾਹੁੰਦੇ ਹਾਂ ਜੀ। ਬਿਲਕੁਲ ਰੱਦ ਹੋਊਗੀ ਜੀ।
ਤਾਂ ਰੱਦ ਕਰਾਉਣ ਦੀ ਮੰਗ ਆ। ਸਰਕਾਰ ਕਹਿ ਰਹੀ ਹੈ ਕਿ ਐਮਐਸਪੀ ਦੇ ਦਾਂਗੇ, ਧਰਨਾ ਚੱਕ ਦੋ। ਧਰਨਾ ਅਸੀਂ ਕਦੇ ਨਹੀਂ ਚੱਕਾਂਗੇ। ਉਹ ਕਈ ਵਾਰਾਂ ਕਹਿ ਚੁੱਕੇ ਆ, ਕਈ ਵਾਰਾਂ ਝੂਠੇ ਲਾਰੇ ਲਾ ਚੁੱਕੇ ਆ, ਪਰ ਅਜੇ ਤੱਕ ਕੋਈ ਉਹਨਾਂ ਨਿਆਂ ਨਹੀਂ ਦਿੱਤਾ। ਜਦ ਤੱਕ ਅਸੀਂ ਐਮਐਸਪੀ ਦੇ ਤਿੰਨੇ ਕਾਲੇ ਕਾਨੂੰਨ ਰੱਦ ਨਹੀਂ ਕਰਦੀ, ਉਹਨਾਂ ਚਿਰ ਕਦੀ ਵੀ ਧਰਨਾ ਨਹੀਂ ਚੁੱਕਾਂਗੇ। ਤੇ ਤਿੰਨ ਕਾਲੇ ਕਾਨੂੰਨਾਂ ਤੋਂ ਬਿਨਾ ਹੋਰ ਕੁਝ ਵੀ ਸਾਨੂੰ ਮਨਜ਼ੂਰ ਨਹੀਂ। ਤੁਸੀਂ ਕਹਿ ਰਹੇ ਹੋ ਜੇ ਐਮਐਸਪੀ ਮਿਲ ਜਾਵੇ ਫਸਲਾਂ ਦੇ ਉੱਪਰ ਵਧੀਆ ਐਨ, ਤਾਂ ਕੀ ਤੁਸੀਂ ਧਰਨਾ ਆਪਣਾ ਸੰਘਰਸ਼ ਜਿਹੜਾ ਸਰਕਾਰ ਕਹਿ ਰਹੀ ਚੱਕ ਦੋਗੇ ਇਥੋਂ? ਬਿਲਕੁਲ ਨਹੀਂ ਜੀ। ਸਾਡਾ ਪਹਿਲੇ ਤਾਂ ਗੱਲ ਇਹ ਆ ਕਿ ਪਹਿਲਾਂ ਇਹ ਤਿੰਨੇ ਕਾਨੂੰਨ ਜਿਹੜੇ ਹਨ ਉਹ ਕੈਂਸਲ ਹੋਣ, ਸਾਨੂੰ ਲਿਖਤੀ ਰੂਪ ਵਿੱਚ ਦਿੱਤਾ ਜਾਵੇ ਕਿ ਕਾਨੂੰਨ ਜਿਹੜੇ ਆ ਕੈਂਸਲ ਹੋ ਗਏ। ਕਿਉਂਕਿ ਪਹਿਲਾਂ ਇਹਨਾਂ ਨੇ ਨੋਟਬੰਦੀ ਕੀਤੀ ਸੀਗੀ, ਉਹਦਾ ਮਤਲਬ ਇਹ ਸੀਗਾ ਕਿ ਜਿਹੜੀ ਆ ਜਮਾਖੋਰੀ ਆ, ਜਿਹੜੇ ਨੋਟ ਲੋਕਾਂ ਨੇ ਇੰਨੇ ਕਾਲਾ ਧਨ ਇਕੱਠਾ ਕੀਤਾ ਹੋਇਆ ਆ, ਉਹ ਕਾਲਾ ਧਨ ਜਿਹੜਾ ਆ ਵਾਪਸ ਇੱਥੇ ਲੋਕਾਂ 'ਚ ਵੰਡ ਦਿੱਤਾ ਜਾਊਗਾ। ਪਰ ਉਹ ਕਾਲਾ ਧਨ ਜਿਹੜਾ ਕੋਈ ਇਹਨਾਂ ਨੇ ਕਿਸੇ ਨੂੰ, ਸਾਰਾ ਗਰੀਬਾਂ ਨੂੰ ਜਿਹੜਾ ਹੈਗਾ ਬਹੁਤ ਜ਼ਿਆਦਾ ਨੁਕਸਾਨ ਹੋਇਆ। ਬਹੁਤ ਸਾਰੇ ਸਾਡੇ ਵੀਰ ਇੱਥੇ ਸ਼ਹੀਦ ਹੋਏ ਉਹ ਨੋਟਬੰਦੀ ਦੌਰਾਨ। ਹੁਣ ਇਸੇ ਤਰ੍ਹਾਂ ਇੱਕ ਤਾਂ ਕਾਨੂੰਨ ਇਹਨਾਂ ਨੇ ਬਣਾ ਦਿੱਤਾ ਕਿ ਜਿੰਨਾ ਮਰਜ਼ੀ ਅੰਨ ਜਿਹੜਾ ਕਿਸਾਨ ਖਰੀਦ ਸਕਦਾ, ਜਿਹੜਾ ਕਿ ਸਟੋਰ ਕਰ ਸਕਦਾ, ਜਿੱਥੇ ਮਰਜ਼ੀ ਵੇਚ ਸਕਦਾ। ਜਿਹੜਾ ਕਿਸਾਨ 50,000 ਰੁਪਈਆ ਮਸਾਂ ਹੀ ਕਮਾਉਂਦਾ ਸਾਲ ਦਾ, ਥੋੜੇ ਪੈਲੀਆਂ ਵਾਲਾ ਜਿਹੜਾ ਕਿਸਾਨ ਆ, ਉਹ 50,000 ਰੁਪਈਏ ਦੇ ਕੀ ਸਟੋਰੇਜ ਕਰ ਲਏਗਾ? ਉਹ ਆਪਣਾ ਅਨਾਜ ਜਿਹੜਾ ਆ ਉਹ ਲੋਕਲੀ ਵੇਚ ਸਕਦਾ ਆ। ਇਹ ਕਿਸਾਨਾਂ ਲਈ ਕਾਨੂੰਨ ਨਹੀਂ ਹੈਗੇ। ਪਹਿਲਾਂ ਤਾਂ ਇਹ ਕਾਨੂੰਨ ਜਿਹੜਾ ਪਹਿਲਾਂ ਇਹ ਵੀ ਕੈਂਸਲ, ਦੂਜਾ ਵੀ, ਤੀਜਾ, ਜਿੰਨੇ ਤਿੰਨ ਕਾਨੂੰਨ ਬਣਾਏ ਪਹਿਲਾਂ ਕੈਂਸਲ ਹੋਣੇ ਚਾਹੀਦੇ ਆ। ਕਿਉਂਕਿ ਹੁਣ ਜਿਹੜਾ ਤੀਜਾ ਕਾਨੂੰਨ ਆ ਕਿ ਜਿੰਨਾ ਮਰਜ਼ੀ ਤੁਸੀਂ ਜੀ ਸਟੋਰ ਕਰ ਸਕਦੇ ਆ। ਹੁਣ ਜਿਹੜਾ ਬੰਦਾ ਕਿਸਾਨ ਜਿਹੜੀ ਇਨਕਮ ਜਿਹੜੀ ਇੰਨੀ ਨਹੀਂ ਹੈਗੀ, ਉਹ ਪਹਿਲਾਂ ਆਪਣੀ ਫਸਲ ਦੇ ਖਰਚੇ ਪੂਰੇ ਕਰੂਗਾ, ਘਰ ਦੀਆਂ ਜ਼ਿੰਮੇਵਾਰੀਆਂ ਪੂਰੀਆਂ ਕਰੂਗਾ, ਨਵਾਂ ਬੀਜ ਖਰੀਦੂਗਾ, ਉਹ ਕਿੰਨੀ ਕੁ ਸਟੋਰੇਜ ਕਰ ਸਕਦਾ? ਇਹ ਸਿੱਧੇ ਤੇ ਸਿੱਧੇ ਜਿਹੜੇ ਇਹ ਬਿੱਲ ਬਣੇ ਹੋਏ ਆ, ਇਹ ਕਾਰਪੋਰੇਟ ਘਰਾਣਿਆਂ ਵਾਸਤੇ ਬਣੇ ਹੋਏ ਆ, ਜਿਨ੍ਹਾਂ ਨੇ ਬਹੁਤ ਵੱਡੇ ਵੱਡੇ ਸਟੋਰ ਵੀ ਬਣਾ ਲਏ। ਐਮਐਸਪੀ ਦਾ ਜਿਹੜੀ ਗੱਲ ਕਹਿ ਰਹੀ ਹੈ ਸਰਕਾਰ, ਉਹ ਮਨਜ਼ੂਰ ਨਹੀਂ। ਐਮਐਸਪੀ ਦਾ ਤਾਂ ਪਹਿਲਾਂ ਸਾਨੂੰ ਇਹ ਤਿੰਨੇ ਕਾਨੂੰਨ ਲਿਖਤੀ ਰੂਪ 'ਚ ਜਿਹੜੇ ਹੈਗੇ ਆ, ਪਹਿਲਾਂ ਇਹ ਕੈਂਸਲ ਕਰੋ। ਐਮਐਸਪੀ ਵਾਲਾ ਕਾਨੂੰਨ ਅਸੀਂ ਬਾਅਦ 'ਚ ਬਣਵਾਵਾਂਗੇ। ਤਾਂ ਕਾਨੂੰਨ ਰੱਦ ਹੋਣੇ ਚਾਹੀਦੇ ਨੇ। ਸਰਕਾਰ ਕਹਿ ਰਹੀ ਹੈ ਕਿ ਅਸੀਂ ਫਸਲਾਂ ਉੱਪਰ ਐਮਐਸਪੀ ਦੇਣ ਨੂੰ ਤਿਆਰ ਹਾਂ। ਤਾਂ ਕੀ ਤੁਸੀਂ ਆਪਣਾ ਜਿਹੜਾ ਇਹ ਅੰਦੋਲਨ ਚੱਲ ਰਿਹਾ ਇਸ ਨੂੰ ਖਤਮ ਕਰੋਗੇ? ਵੇਖੋ ਜੀ, ਇਹ ਜਿਹੜਾ ਅੰਦੋਲਨ ਹੈ ਇਹ ਸਾਰੇ ਭਾਰਤ ਦਾ, ਸਾਡੇ ਆਗੂ ਬੜੇ ਸਿਆਣੇ ਨੇ, ਜੋ ਕਹਿੰਦੇ ਠੀਕ ਕਹਿੰਦੇ। ਸਾਨੂੰ ਕਾਨੂੰਨ ਰੱਦ ਚਾਹੀਦੇ, ਸਾਨੂੰ ਕੋਈ ਨਹੀਂ ਚਾਹੀਦਾ, ਸਭ ਕੁਝ ਰੱਦ ਚਾਹੀਦਾ। ਇਹਨਾਂ ਨੂੰ ਡੱਬਾ ਰੱਖ ਲੈਣਾ, ਦੇ ਵਿੱਚੋਂ ਸਮਾਨ ਦੇ ਰੱਖ ਲੈਣਾ, ਮੁੜ ਕੇ ਜਿਹੜਾ ਮਰਜ਼ੀ ਡੱਬੇ 'ਚ ਪਾ ਲੈਣਾ ਇਹਨਾਂ। ਤੇ ਇਹ ਕਰਕੇ ਇਹ ਝੂਠਾ ਵਾ, ਇਹ ਕਦੀ ਨੋਟਬੰਦੀ ਕਰਦੀ, ਕੋਈ ਕਰਦਾ। ਸਾਨੂੰ ਇਹ 'ਤੇ ਇੱਕ ਯਕੀਨ ਹੈ, ਸਾਨੂੰ ਆਪਣੇ ਜਿਹੜੇ ਜਥੇਬੰਦੀਆਂ ਸਾਡੇ ਕਿਸਾਨ ਆਗੂ ਨੇ ਉਹਨਾਂ ਦੇ ਪੂਰਨ ਭਰੋਸਾ, ਉਹ ਐਡੀ ਛੇਤੀ ਨਹੀਂ ਜਾਂਦੇ। ਉਹਨਾਂ ਸਰਕਾਰ ਤੇ ਯਕੀਨ ਨਹੀਂ, ਸਰਕਾਰ ਤੇ ਨਹੀਂ ਯਕੀਨ। ਸਾਨੂੰ ਆਪਣੇ ਆਗੂਆਂ 'ਤੇ ਭਰੋਸਾ, ਉਹ ਕਾਨੂੰਨ ਰੱਦ ਕਰਾ ਕੇ ਸਾਹ ਲੈਣਗੇ ਤੇ ਅਸੀਂ ਰੱਦ ਕਰਾ ਕੇ ਜਾਵਾਂਗੇ। ਸਰਕਾਰ ਕਹਿ ਰਹੀ ਕਿ ਐਮਐਸਪੀ ਦੇ ਦਿੰਨੀ ਆ, ਪਰ ਤੁਸੀਂ ਆਪਣਾ ਧਰਨਾ ਚੱਕ ਲਓ। हम नहीं हिलते थे इधर अपना तीनों नहीं मैं कर जोड़ते। ਹਾਂਜੀ, ਮੈਂ ਦੱਸਣਾ ਚਾਹਣਾ ਕਿ ਜਿਹੜੇ ਪੰਜਾਬ ਦੇ ਵਾਸੀ ਨੇ, ਪੂਰੇ ਹਿੰਦੁਸਤਾਨ ਦੇ ਦੇਸ਼ ਦੇ ਕਿਸਾਨ ਨੇ ਜਿਹੜੇ, ਕਿਉਂਕਿ ਜਦੋਂ ਸਰਕਾਰਾਂ ਬਣਦੀਆਂ ਸੀ ਬੜੇ ਬੜੇ ਵਾਅਦੇ ਕੀਤੇ ਜਾਂਦੇ, ਕਰਜ਼ਾ ਖਤਮ ਕਰਾਂਗੇ, ਡਾਕਟਰ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਾਂਗੇ। ਇਸ ਕਰਕੇ ਜਿਹੜਾ ਸਰਕਾਰਾਂ ਤੋਂ ਭਰੋਸਾ ਸਾਡਾ ਟੁੱਟ ਗਿਆ ਵਾ। ਹੁਣ ਸਾਡਾ ਜਿਹੜਾ ਜਥੇਬੰਦੀਆਂ ਦੇ ਆਗੂਆਂ ਤੇ ਵਿਸ਼ਵਾਸ ਬਹੁਤ ਵੱਡਾ ਲੈ ਕੇ ਅਸੀਂ ਬੈਠੇ ਆ। ਜੋ ਸਾਡੇ ਆਗੂ ਅੰਦਰ ਗਏ ਗੱਲਬਾਤ ਕਰਨ ਲਈ, ਜੇ ਸਰਕਾਰ ਨਹੀਂ ਮੰਨਦੀ ਇਹ ਜਿਹੜਾ ਹੈਗਾ ਵਾ ਕਾਨੂੰਨ ਰੱਦ ਕਰਾਉਣ ਵਾਸਤੇ ਨਹੀਂ ਤਿਆਰ ਹੈਗੇ, ਫਿਰ ਅਸੀਂ ਬੈਠੇ ਡਟੇ ਆ। ਬਿਲਕੁਲ ਜਿੱਦ ਤੱਕ ਕਾਨੂੰਨ ਨਹੀਂ ਰੱਦ ਹੁੰਦੇ ਉਦੋਂ ਤੱਕ ਲੰਮਾ ਸੰਘਰਸ਼ ਹੋਊਗਾ, ਲੰਮਾ ਵੀ ਚਲਾਵਾਂਗੇ। ਤਾਂ ਲੰਮਾ ਸੰਘਰਸ਼ ਹੋਊਗਾ। ਗੌਰਵ ਤਾਂ ਡਟੇ ਹੋਏ ਨੇ, ਕਿਸਾਨ ਕਹਿ ਰਹੇ ਨੇ ਕਿ ਉਹਨਾਂ ਨੂੰ ਇਹ ਗੱਲ ਗਵਾਰਾ ਨਹੀਂ, ਭਾਵੇਂ ਕਿ ਐਮਐਸਪੀ ਦੀ ਗਾਰੰਟੀ ਦੇਣ ਨੂੰ ਵੀ ਸਰਕਾਰ ਤਿਆਰ ਆ, ਪਰ ਉਹ ਨਹੀਂ। ਕਿਉਂਕਿ ਜਿੱਥੇ ਬਜ਼ੁਰਗ ਔਰ ਨੌਜਵਾਨ ਸ਼ਾਮਲ ਨੇ, ਉੱਥੇ ਔਰਤਾਂ ਦਾ ਵੀ ਬਹੁਤ ਸਹਿਯੋਗ ਰਿਹਾ ਇਸ ਧਰਨੇ ਨੂੰ। ਸਾਡੇ ਨਾਲ ਕੁਝ ਮਾਤਾਵਾਂ ਖੜੇ ਨੇ, ਉਹਨਾਂ ਨਾਲ ਗੱਲਬਾਤ ਕਰਦੇ ਆ। ਮਾਤਾ ਜੀ, ਸਰਕਾਰ ਕਹਿ ਰਹੀ ਹੈ ਕਿ ਐਮਐਸਪੀ ਦੇਣ ਨੂੰ ਤਿਆਰ ਆ, ਤੁਸੀਂ ਧਰਨਾ ਚੱਕ ਲਓ। ਇਸ ਤਰ੍ਹਾਂ ਨਹੀਂ ਜੀ, ਅਸੀਂ ਚੱਕਣਾ ਨਹੀਂ ਚੱਕਣਾ। ਅਸੀਂ ਜਿੱਦਾਂ ਸਾਰੇ ਕਾਨੂੰਨ ਰੱਦ ਹੋਣਗੇ ਫਿਰ ਧਰਨਾ ਚੱਕਾਂਗੇ, ਨਹੀਂ ਚੱਕਣਾ। ਸਰਕਾਰ ਕਹਿ ਰਹੀ ਹੈ ਕਿ ਅਸੀਂ ਐਮਐਸਪੀ ਦੇਣ ਨੂੰ ਤਿਆਰ ਆ, ਤੁਸੀਂ ਆਪਣਾ ਅੰਦੋਲਨ ਖਤਮ ਕਰ ਦਿਓ। ਤਾਂ ਇਸ ਸਮੇਂ ਵੱਡੀ ਖਬਰ ਆ ਰਹੀ ਹੈ। ਮੈਂ ਆਨਾ ਪੁੱਲਰ ਤੁਹਾਡੇ ਕੋਲ ਵਾਪਸ ਆਵਾਂਗੇ, ਗੱਲਬਾਤ ਨੂੰ ਜਾਰੀ ਰੱਖਾਂਗੇ। ਇਸ ਸਮੇਂ ਵੱਡੀ ਖਬਰ ਹੈ, ਵੱਡੀ ਖਬਰ ਮੀਟਿੰਗ ਤੋਂ। 9ਵੇਂ ਗੇੜ ਦੀ ਮੀਟਿੰਗ ਵੀ ਰਹਿ ਸਕਦੀ ਹੈ ਬੇਸਿੱਟਾ। ਇਸ ਸਮੇਂ ਵੱਡੀ ਖਬਰ ਅਸੀਂ ਤੁਹਾਨੂੰ ਦੱਸ ਰਹੇ ਹਾਂ, 9ਵੇਂ ਗੇੜ ਦੀ ਮੀਟਿੰਗ ਜਾਰੀ ਹੈ। ਇੱਕ ਹੋਰ ਬੈਠਕ ਦੇ ਲਈ ਆ ਸਕਦੀ ਹੈ ਇੱਕ ਨਵੀਂ ਤਾਰੀਖ। ਤਾਰੀਖ ਦੇ ਉੱਤੇ ਤਾਰੀਖ, ਪਰ ਹੱਲ ਫਿਲਹਾਲ ਨਿਕਲਦਾ ਹੋਇਆ ਨਜ਼ਰ ਨਹੀਂ ਆ ਰਿਹਾ। ਇਸ ਸਮੇਂ ਵੱਡੀ ਖਬਰ ਅਸੀਂ ਆਪਣੇ ਦਰਸ਼ਕਾਂ ਨੂੰ ਦੇ ਰਹੇ ਹਾਂ ਕੁਝ ਹੀ ਪਲਾਂ ਦੇ ਵਿੱਚ। ਜੋ ਇਸ ਸਮੇਂ ਸਾਡੇ ਕੋਲ ਜਾਣਕਾਰੀ ਹੈ ਕਿ ਬੈਠਕ ਖਤਮ ਹੋ ਸਕਦੀ ਹੈ। 9ਵੇਂ ਗੇੜ ਦੀ ਮੀਟਿੰਗ ਦੇ ਵਿੱਚੋਂ ਵੀ, 9ਵੇਂ ਦੌਰ ਦੀ ਮੀਟਿੰਗ ਦੇ ਵਿੱਚੋਂ ਵੀ ਕੋਈ ਹੱਲ ਨਿਕਲਦਾ ਹੋਇਆ ਨਜ਼ਰ ਨਹੀਂ ਆ ਰਿਹਾ। ਇਹ ਵੀ ਤੁਹਾਨੂੰ ਦੱਸ ਰਹੇ ਹਾਂ ਕਿ ਅਗਲੀ ਮੀਟਿੰਗ ਦੀ ਤਾਰੀਖ ਵੀ ਤਕਰੀਬਨ ਤੈਅ ਹੈ। ਸੂਤਰਾਂ ਦੇ ਹਵਾਲੇ ਤੋਂ ਸਾਡੇ ਕੋਲ ਖਬਰ ਹੈ ਫਾਈਨਲ ਮੋਹਰ ਲੱਗਣੀ ਅਜੇ ਬਾਕੀ ਹੈ। ਆਉਂਦੀ 19 ਜਾਂ ਆਉਂਦੀ 21 ਨੂੰ, ਯਾਨੀ ਕਿ 19 ਜਾਂ 21 ਤਰੀਕ ਨੂੰ ਇੱਕ ਵਾਰ ਮੁੜ ਤੋਂ ਬੈਠਕ ਹੋ ਸਕਦੀ ਹੈ। ਖਾਸ ਇਹ ਹੈ ਕਿ 26 ਜਨਵਰੀ ਤੋਂ ਪਹਿਲਾਂ ਅਗਲੀ ਬੈਠਕ ਵੀ ਹੋ ਸਕਦੀ ਹੈ। 26 ਜਨਵਰੀ ਦਾ ਇੱਕ ਵੱਡਾ ਪ੍ਰੋਗਰਾਮ ਉਲੀਕਿਆ ਗਿਆ ਕਿਸਾਨ ਜਥੇਬੰਦੀਆਂ ਦੇ ਵੱਲੋਂ। ਇਸ ਸਮੇਂ ਵੱਡੀ ਖਬਰ ਅਸੀਂ ਤੁਹਾਨੂੰ ਦੇ ਰਹੇ ਹਾਂ। ਸਿੱਧਾ ਰੁਕ ਕਰਦੇ ਹਾਂ ਪੰਕਜ ਕਪਾਹੀ ਦਾ। ਪੰਕਜ, ਕੀ ਕੁਝ ਤੁਹਾਡੇ ਕੋਲ ਅਪਡੇਟ ਮੀਟਿੰਗ ਨੂੰ ਲੈ ਕੇ? ਪੰਕਜ,
ਗੌਰਵ ਇਸ ਵੇਲੇ ਹਲਚਲ ਵੱਧ ਚੁੱਕੀ ਹੈ ਔਰ ਕਿਸੇ ਵੇਲੇ ਵੀ ਮੀਟਿੰਗ ਜਿਹੜੀ ਹੈ ਉਹ ਖਤਮ ਹੋ ਸਕਦੀ ਹੈ। ਅਗਲੀ ਕੁਛ ਹੀ ਦੇਰ ਦੇ ਵਿੱਚ ਮੀਟਿੰਗ ਜਿਹੜੀ ਹੈ ਉਹ ਖਤਮ ਹੋ ਸਕਦੀ ਹੈ ਔਰ ਸਰਕਾਰ ਨੇ ਪੁੱਛਿਆ ਹੈ, ਕਿਸਾਨ ਜਥੇਬੰਦੀਆਂ ਨੇ ਪੁੱਛਿਆ ਕਿ ਅਗਲੀ ਮੀਟਿੰਗ 19 ਤਰੀਕ ਰੱਖੀਏ ਜਾਂ 21 ਤਰੀਕ ਨੂੰ ਰੱਖੀਏ ਤਾਂ ਕਿਸੇ ਪਲ ਵੀ ਮੀਟਿੰਗ ਜਿਹੜੀ ਹੈ ਉਹ ਖਤਮ ਹੋ ਸਕਦੀ ਹੈ। ਜਿਵੇਂ ਮੀਟਿੰਗ ਖਤਮ ਹੋਏਗੀ ਸਭ ਤੋਂ ਪਹਿਲਾਂ ਨਿਊਜ਼ 18 ਦਰਸ਼ਕਾਂ ਤੱਕ ਜਾਣਕਾਰੀ ਪਹੁੰਚਾਏਗਾ ਔਰ ਅੱਜ ਦੀ ਮੀਟਿੰਗ ਵੀ ਬੇਸਿੱਟਾ ਰਹਿੰਦੀ ਹੋਈ ਨਜ਼ਰ ਆ ਰਹੀ ਹੈ ਕਿਉਂਕਿ ਅੱਜ ਐਮਐਸਪੀ ਅਤੇ ਤਿੰਨੇ ਕਾਨੂੰਨਾਂ ਨੂੰ ਲੈ ਕੇ ਚਰਚਾ ਹੋਈ, ਲੇਕਿਨ ਤਿੰਨੇ ਕਾਨੂੰਨਾਂ ਨੂੰ ਲੈ ਕੇ ਸਰਕਾਰ ਕਹਿ ਰਹੀ ਕਿ ਪੁਆਇੰਟ ਟੂ ਪੁਆਇੰਟ ਚਰਚਾ ਕਰ ਲਓ। ਬਕਾਇਦਾ ਤੌਰ ਤੇ ਜ਼ਰੂਰੀ ਵਸਤੂ ਐਕਟ ਨੂੰ ਲੈ ਕੇ ਵੀ ਸਰਕਾਰ ਨੇ ਚਰਚਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਪਿਊਸ਼ ਗੋਇਲ ਵੱਲੋਂ ਚਰਚਾ ਕੀਤੀ ਗਈ, ਉਹਨਾਂ ਨੇ ਦੱਸਿਆ ਕਿ ਐਫਸੀਆਈ ਨਹੀਂ ਖਤਮ ਹੋਏਗੀ, ਐਫਸੀਆਈ ਅੱਗੇ ਨਾਲੋਂ ਮਜ਼ਬੂਤ ਹੋਏਗੀ ਔਰ ਕਾਨੂੰਨਾਂ ਦਾ ਜ਼ਿਕਰ ਕੀਤਾ ਕਿ ਜ਼ਰੂਰੀ ਵਸਤਾਂ ਐਕਟ ਕਿਉਂ ਲਿਆਣਾ ਪਿਆ, ਕਿਉਂ ਉਸ ਦੇ ਵਿੱਚ ਬਦਲਾਵ ਕਰਨੇ ਪਏ, ਪੁਰਾਣੇ ਐਕਟ ਨਾਲੋਂ ਹੁਣ ਕਿਉਂ ਬਦਲਾਵ ਕਰਨੇ ਪਏ। ਔਰ ਨਾਲ ਹੀ ਨਾਲ ਅੱਜ ਕਿਸਾਨ ਜਥੇਬੰਦੀਆਂ ਵੱਲੋਂ ਕਿਹਾ ਗਿਆ ਸੀਗਾ ਕਿ ਐਮਐਸਪੀ ਨੂੰ ਲੈ ਕੇ ਚਰਚਾ ਕਰ ਲਓ, ਲੇਕਿਨ ਨਰਿੰਦਰ ਸਿੰਘ ਤੋਮਰ ਖੇਤੀਬਾੜੀ ਮੰਤਰੀ ਨੇ ਕਿਹਾ ਕਿ ਐਮਐਸਪੀ ਨੂੰ ਲੈ ਕੇ ਚਰਚਾ ਉਦੋਂ ਹੋਏਗੀ ਜਦੋਂ ਤਿੰਨੇ ਕਾਨੂੰਨਾਂ ਨੂੰ ਲੈ ਕੇ ਕੋਈ ਫੈਸਲਾ ਲਿੱਤਾ ਜਾਏਗਾ। ਉਸ ਤੋਂ ਬਾਅਦ ਖੇਤੀਬਾੜੀ ਮੰਤਰੀ ਨੇ ਕਿਹਾ ਕਿ ਅਗਰ ਐਮਐਸਪੀ ਤੇ ਸਹਿਮਤੀ ਬਣਦੀ ਹੈ, ਐਮਐਸਪੀ ਤੇ ਚਰਚਾ ਹੁੰਦੀ ਹੈ ਤਾਂ ਕੀ ਕਿਸਾਨ ਜਥੇਬੰਦੀਆਂ ਅੰਦੋਲਨ ਖਤਮ ਕਰਨਗੀਆਂ। ਤਾਂ ਇਸ ਮੁਤਲਕ ਅਜੇ ਤੱਕ ਕੋਈ ਜਾਣਕਾਰੀ ਨਹੀਂ ਮਿਲੀ ਕਿ ਕਿਸ ਤਰੀਕੇ ਨਾਲ ਅਗਲੀ ਰੂਪਰੇਖਾ ਰਹੀ ਹੈ, ਲੇਕਿਨ ਕਿਸਾਨ ਜਥੇਬੰਦੀਆਂ ਦਾ ਇਹ ਜ਼ਰੂਰ ਕਹਿਣਾ ਸੀਗਾ ਕਿ ਐਮਐਸਪੀ ਨਹੀਂ ਸਿਰਫ ਤਿੰਨੇ ਕਾਨੂੰਨ ਰੱਦ ਹੋਣਗੇ ਉਸ ਤੋਂ ਬਾਅਦ ਹੀ ਜਿਹੜੀ ਹੈ ਅੰਦੋਲਨ ਖਤਮ ਹੋਏਗਾ, ਉਸ ਤੋਂ ਇਲਾਵਾ ਅੰਦੋਲਨ ਨਹੀਂ ਖਤਮ ਹੋਏਗਾ। ਔਰ ਹਲਚਲ ਇਸ ਵੇਲੇ ਵੱਧ ਚੁੱਕੀ ਹੈ, ਕਿਸੇ ਵੇਲੇ ਵੀ ਮੀਟਿੰਗ ਜਿਹੜੀ ਹੈ ਉਹ ਖਤਮ ਹੋ ਸਕਦੀ ਹੈ। ਨਜ਼ਰਾਂ ਹੁਣ ਇਹ ਜੋ ਸਰਕਾਰ ਵੱਲੋਂ ਪੁੱਛਿਆ ਗਿਆ ਕਿ 19 ਤਰੀਕ ਜਾਂ 21 ਤਰੀਕ ਨੂੰ ਅਗਲੀ ਮੀਟਿੰਗ ਰੱਖ ਲਈਏ ਤਾਂ ਕੀ ਕਿਸਾਨ ਜਥੇਬੰਦੀਆਂ ਦਾ ਤਰਕ ਰਹਿੰਦਾ, ਕੀ ਕਿਸਾਨ ਜਥੇਬੰਦੀਆਂ ਦਾ ਜਵਾਬ ਰਹਿੰਦਾ, ਇਸ ਤੇ ਨਜ਼ਰਾਂ ਟਿਕੀਆਂ ਹੋਈਆਂ ਨੇ। ਔਰ ਇਸ ਵੇਲੇ ਕਿਸੇ ਵੇਲੇ ਵੀ ਗੌਰਵ ਮੀਟਿੰਗ ਜਿਹੜੀ ਹੈ ਉਹ ਓਵਰ ਹੋ ਸਕਦੀ ਹੈ, ਕਿਸੇ ਵੇਲੇ ਵੀ ਮੀਟਿੰਗ ਜਿਹੜੀ ਹੈ ਉਹ ਖਤਮ ਹੋ ਸਕਦੀ ਹੈ। ਜਿਵੇਂ ਹੀ ਅਪਡੇਟ ਆਏਗੀ ਦਰਸ਼ਕਾਂ ਤੱਕ ਸਭ ਤੋਂ ਪਹਿਲਾਂ ਜਾਣਕਾਰੀ ਪਹੁੰਚਾਵਾਂਗੇ। ਬਿਲਕੁਲ ਬਿਲਕੁਲ ਪੰਕਜ, ਮੈਂ ਤੁਹਾਡੇ ਕੋਲ ਵਾਪਸ ਆਵਾਂਗਾ। ਕੋਸ਼ਿਸ਼ ਕਰਾਂਗੇ ਕਿ ਅਸੀਂ ਆਪਣੇ ਸਹਿਯੋਗੀ ਰੋਹਿਤ ਬੰਸਲ ਦੇ ਨਾਲ ਵੀ ਗੱਲਬਾਤ ਨੂੰ ਅੱਗੇ ਵਧਾ ਸਕੀਏ, ਗੱਲਬਾਤ ਉਹਨਾਂ ਦੇ ਕੋਲੋਂ ਵੀ ਜਾਣਕਾਰੀ ਲੈ ਸਕੀਏ। ਮੀਟਿੰਗ ਦੇ ਵਿੱਚੋਂ ਇਸ ਸਮੇਂ ਵੱਡੀ ਖਬਰ ਅੱਜ ਦੇ ਦਿਨ ਦੀ, ਕੁਝ ਹੀ ਪਲਾਂ ਦੇ ਵਿੱਚ ਮੀਟਿੰਗ ਖਤਮ ਹੋ ਸਕਦੀ ਹੈ। ਕਿਸਾਨ ਜਥੇਬੰਦੀਆਂ ਦੇ ਨਾਲ ਕੇਂਦਰ ਦੇ ਨੁਮਾਇੰਦਿਆਂ ਦੀ ਮੀਟਿੰਗ, 9ਵੇਂ ਗੇੜ ਦੀ ਮੀਟਿੰਗ 4.5 ਘੰਟੇ ਤੋਂ ਜ਼ਿਆਦਾ ਸਮਾਂ ਹੋ ਚੱਲਿਆ ਹੈ ਅੱਜ ਦੀ ਮੀਟਿੰਗ ਨੂੰ ਜਾਰੀ ਹੋਈ ਨੂੰ, ਕਿਉਂਕਿ ਅੱਜ 12:15 ਵਜੇ ਮੀਟਿੰਗ ਸ਼ੁਰੂ ਹੋਈ ਸੀ, 4:45 ਦਾ ਸਮਾਂ ਹੋ ਚੁੱਕਿਆ ਹੈ, ਇਨਫੈਕਟ 4:50 ਹੋ ਚੁੱਕੇ ਨੇ ਆਲਰੇਡੀ ਤੇ ਕੁਝ ਹੀ ਪਲਾਂ ਦੇ ਵਿੱਚ ਮੀਟਿੰਗ ਖਤਮ ਹੋ ਸਕਦੀ ਹੈ। ਇਸ ਸਮੇਂ ਦੀ ਵੱਡੀ ਖਬਰ ਅਸੀਂ ਆਪਣੇ ਦਰਸ਼ਕਾਂ ਨੂੰ ਦੇ ਰਹੇ ਹਾਂ। ਇੱਕ ਹੋਰ ਬੈਠਕ ਦੇ ਲਈ ਇੱਕ ਹੋਰ ਤਾਰੀਖ ਦਿੱਤੀ ਜਾ ਸਕਦੀ ਹੈ ਸਰਕਾਰ ਦੇ ਵੱਲੋਂ। ਇਸ ਸਮੇਂ ਜੋ ਸਾਡੇ ਕੋਲ ਜਾਣਕਾਰੀ ਹੈ ਕਿ ਆਉਂਦੇ ਮੰਗਲਵਾਰ ਜਾਂ ਫਿਰ ਵੀਰਵਾਰ ਇੱਕ ਵਾਰ ਫਿਰ ਤੋਂ ਕਿਸਾਨ ਤੇ ਕੇਂਦਰ ਦੇ ਨੁਮਾਇੰਦੇ ਆਮੋ ਸਾਹਮਣੇ ਬੈਠ ਸਕਦੇ ਨੇ, ਗੋਲ ਟੇਬਲ ਦੇ ਉੱਤੇ ਚਰਚਾ ਹੋ ਸਕਦੀ ਹੈ। ਖਾਸ ਇਹ ਵੀ ਹੈ ਜੋ ਪਹਿਲਾਂ ਜ਼ਿਕਰ ਕੀਤਾ ਕਿ 26 ਤਰੀਕ ਤੋਂ ਪਹਿਲਾਂ ਇੱਕ ਹੋਰ ਮੀਟਿੰਗ ਹੋਣ ਦੀ ਉਮੀਦ ਹੈ। ਇਸ ਸਮੇਂ ਜੋ ਸਾਨੂੰ ਜਾਣਕਾਰੀ ਮਿਲ ਰਹੀ ਹੈ, ਇਸ ਦੇ ਨਾਲ ਹੀ ਅੱਜ ਦੇ ਪੂਰੇ ਦਿਨ ਦੀ ਇੱਕ ਵਾਰ ਫਿਰ ਤੋਂ ਮੀਟਿੰਗ ਤੋਂ ਬਾਅਦ ਨਤੀਜੇ ਦੇ ਵੱਲ ਜਦੋਂ ਤੁਸੀਂ ਝਾਤ ਪਾਓਗੇ ਤਾਂ ਫਿਰ ਸਿਫਰ ਤੁਹਾਨੂੰ ਨਜ਼ਰ ਆਏਗਾ ਕਿ ਇੱਕ ਵਾਰ ਫਿਰ ਤੋਂ ਬੇਸਿੱਟਾ ਨਤੀਜਾ ਨਹੀਂ ਨਿਕਲਿਆ। ਸਿੱਧਾ ਰੁਕ ਕਰਦੇ ਆ ਰੋਹਿਤ ਬੰਸਲ ਦਾ, ਸਾਡੇ ਸਹਿਯੋਗੀ ਸਾਡੇ ਨਾਲ ਵਿਗਿਆਨ ਭਵਨ ਤੋਂ ਜੁੜ ਰਹੇ ਨੇ। ਨਿਊਜ਼ 18 ਦੀਆਂ ਟੀਮਾਂ ਵਿਗਿਆਨ ਭਵਨ ਦੇ ਉੱਤੇ ਇਸ ਸਮੇਂ ਮੌਜੂਦ ਨੇ ਤੇ ਪਲ ਪਲ ਦੀ ਅਪਡੇਟ ਸਾਡੇ ਤੱਕ ਪਹੁੰਚਾ ਰਹੇ ਨੇ। ਨਿਊਜ਼ 18 ਦੇ ਦਰਸ਼ਕਾਂ ਤੱਕ ਲਗਾਤਾਰ ਉਹ ਜਾਣਕਾਰੀ ਪਹੁੰਚਾ ਰਹੇ ਨੇ। ਸਿੱਧਾ ਰੁਕ ਕਰਦੇ ਆ ਰੋਹਿਤ ਬੰਸਲ ਦਾ। ਰੋਹਿਤ, ਕੀ ਕੁਝ ਤੁਹਾਡੇ ਕੋਲ ਜਾਣਕਾਰੀ? ਓਵਰ ਟੂ ਯੂ। ਜੀ ਬਿਲਕੁਲ, ਹਾਲੇ ਤੱਕ ਮੀਟਿੰਗ ਖਤਮ ਨਹੀਂ ਹੋਈ। ਜੋ ਹੁਣ ਤੱਕ ਦੀ ਅਪਡੇਟ ਹੈ 15 ਮਿੰਟਾਂ ਲਈ ਇੱਕ ਵਾਰੀ ਰੋਕਿਆ ਗਿਆ। ਇਸ ਵਕਤ ਮੇਰੇ ਨਾਲ ਸਤਨਾਮ ਸਿੰਘ ਪੰਨੂ ਜੀ ਨੇ। ਪੰਨੂ ਸਾਹਿਬ, ਮੀਟਿੰਗ ਕਿੰਨੀ ਦੇਰ ਹੋਰ ਜਾਰੀ ਰਹਿਣ ਦੀ ਸੰਭਾਵਨਾ ਲੱਗ ਰਹੀ ਹੈ? ਮੀਟਿੰਗ ਦੇਖੋ ਮੰਤਰੀ ਜੀ ਉੱਠ ਕੇ ਗਏ ਆ ਵੀ 15 ਮਿੰਟਾਂ ਦੀ ਸੈਸਰੀ। ਬਾਕੀ ਇਹ ਆ ਵੀ ਐਮਐਸਪੀ ਤੇ ਵੀ ਗੱਲ ਹੋਈ, ਤਜੀ ਹੋਈ, ਉਹਦੇ ਵੀ ਅਗਲੀ ਮੀਟਿੰਗ ਚੈੱਕ ਕਰਾਂਗੇ। ਅਗਲੀ ਮੀਟਿੰਗ ਦੇਖੋ 21 ਦੀ ਫਾਈਨਲ ਹੁੰਦੀ ਜਾਂ 30 ਹੁੰਦੀ ਆ, ਉਹਦੇ ਫਿਰ ਉਹ 15 ਮਿੰਟ ਕੇ ਲਈ ਉੱਠ ਕੇ ਚੱਲ ਗਏ। ਹੁਣ ਉੱਠ ਕੇ ਫਿਰ ਆਏਗੇ 15 ਮਿੰਟ ਬਾਅਦ, ਫਿਰ ਕੋਈ ਗੱਲ ਫਾਈਨਲ ਹੋ। ਕੀ ਅਗਲੀ ਮੀਟਿੰਗ ਲਈ ਕੋਈ ਫਿਲਹਾਲ ਡੇਟ ਨਿਸ਼ਚਿਤ ਕੀਤੀ ਗਈ ਹੈ ਜਾਂ ਕੋਈ ਨਹੀਂ ਜੀ? ਨਹੀਂ, ਅਜੇ ਮੀਟਿੰਗ ਦੀ ਕੋਈ ਫਿਲਹਾਲ ਡੇਟ ਨਿਸ਼ਚਿਤ ਨਹੀਂ ਹੋਈ। ਅਜੇ 15 ਮਿੰਟ ਬਾਅਦ ਆਣ ਕੇ ਫਿਰ ਹੀ ਪੱਕੀ ਹੋਈ ਹੋ। ਸੋ ਦੂਜੇ ਦੌਰ ਦੀ ਜੇ ਮੈਂ ਮੀਟਿੰਗ ਦੀ ਗੱਲ ਕਰਾਂ ਤਾਂ ਦੂਜੇ ਦੌਰ ਦੀ ਮੀਟਿੰਗ ਦੇ ਵਿੱਚ ਕੀ ਚੀਜ਼ਾਂ ਖਾਸ ਰਹੀਆਂ ਨੇ ਜੀ? ਦੂਜੇ ਦੌਰ ਵਿੱਚ ਸਾਡੇ ਵੱਲੋਂ ਇਹ ਰੱਖਿਆ ਗਿਆ ਹੈ ਕਿ ਨਾਲ ਐਮਐਸਪੀ ਦਾ ਜਿਹੜਾ ਵਾ ਵੱਖਰਾ ਕਾਨੂੰਨ ਬਣਾ ਦਿਓ ਕਿ ਜਿਹੜੀ ਫਸਲ ਦੀ ਗਰੰਟੀ ਵਾਲਾ, ਕੀਮਤ ਗਰੰਟੀ ਵਾਲਾ ਵੱਖਰਾ ਕਾਨੂੰਨ ਨਾਲ ਬਣਾ ਦਿੱਤਾ ਜਾਵੇ। ਉਹਦੇ ਵੀ ਜੋ ਇਹ ਇਕੱਠਾ ਹੀ ਹੋਗਾ, ਤਿੰਨੇ ਕਾਨੂੰਨਾਂ ਦੀ ਰਿਪੀਲ ਤੋਂ ਬਗੈਰ ਕੋਈ ਗੱਲ ਕਰ ਲਓ, ਅਸੀਂ ਉਹ ਮਨਜ਼ੂਰ ਨਹੀਂ ਕੀਤੀ। ਉਹਦੇ ਵੀ ਰਿਪੀਲ ਨਹੀਂ ਹੋਗੀ, ਤਿੰਨੇ ਕਾਨੂੰਨਾਂ ਦੀ ਕੋਈ ਹੋਰ ਗੱਲ ਕਰ ਲਓ, ਅਸੀਂ ਕਹੋ ਸਾਨੂੰ ਮਨਜ਼ੂਰ ਨਹੀਂ। ਐਮਐਸਪੀ ਦਾ ਵੱਖਰਾ ਕਾਨੂੰਨ ਬਣਾਉਣ ਦੀ ਨਾਲ ਸਾਡੀ ਤੇ ਮੰਗ ਆ। ਕਿਸੇ ਹੋਰ ਮੁੱਦੇ ਨੂੰ ਲੈ ਕੇ ਕੋਈ ਗੱਲਬਾਤ ਕੀਤੀ ਗਈ ਹੈ ਜੀ? ਅੱਜ ਦੀ ਮੀਟਿੰਗ ਦੇ ਵਿੱਚ ਦੇਖੀਏ ਤਾਂ ਕੇਂਦਰ ਸਰਕਾਰ ਦਾ ਕੀ ਰਿਸਪੌਂਸ ਰਹੇਗਾ? ਅੱਜ ਦਾ ਦੇਖੋ, ਅੱਜ ਦਾ ਜਿਹੜਾ ਸਰਕਾਰ ਦਾ ਰਿਸਪੌਂਸ ਪਹਿਲੇ ਜੈਸਾ ਹੀ ਹੈ, ਉਹ ਉਸੇ ਗੱਲ ਤੇ ਅੜੇ ਵੀ ਰਿਪੀਲ ਨਹੀਂ ਹੋਊਗਾ। ਜੋ ਤਿੰਨੇ ਖੇਤੀ ਕਾਨੂੰਨ ਆ ਉਹ ਰਿਪੀਲ ਨਹੀਂ ਹੋਗੇ, ਉਸੇ ਤੇ ਅੜੇ ਉਸੇ ਦੇ ਉੱਤੇ ਖਲੋਤੇ ਹੋਈ ਸਰਕਾਰ ਉਸੇ ਤੇ ਕਰੀ ਆ ਤੇ ਮੀਟਿੰਗ ਅਗਲੀ ਕਰਨ ਦੀ ਤਰੀਕ ਦੇ ਰਹੀ ਆ।
ਮਤਲਬ ਅਜੇ ਸਰਕਾਰ ਦਾ ਮਨ ਨਹੀਂ ਹੈਗਾ, ਜਿਹੜੀ ਮੈਂ ਗੱਲਬਾਤ ਬਾਰ-ਬਾਰ ਕਰਕੇ ਗਿਆ ਤਾਂ ਇਹ ਸਰਕਾਰ ਦਾ ਮਨ ਨਹੀਂ, ਜਦੋਂ ਮਨ ਹੋਊਗਾ ਤਾਂ ਕਰਨਗੇ ਸਾਰਾ ਕੁਝ। ਸੋ ਫਿਲਹਾਲ ਅਸੀਂ ਕਹਿ ਸਕਦੇ ਹਾਂ ਕਿ ਹਾਲੇ ਮੀਟਿੰਗ ਖਤਮ ਨਹੀਂ ਹੋਈ, ਹਾਲੇ ਮੀਟਿੰਗ ਚੱਲ ਰਹੀ ਹੈ। ਅਜੇ ਮੀਟਿੰਗ ਚੱਲ ਰਹੀ ਆ, ਅਜੇ ਉਹ ਸਰਕਾਰ ਦਾ ਮਨ ਨਹੀਂ ਲੱਗਦਾ। ਮੰਤਰੀ ਜੀ ਫੇਰ ਆ ਰਹੇ 15 ਮਿੰਟ ਬਾਅਦ ਆ ਰਹੇ। ਜੀ ਧੰਨਵਾਦ ਸਰ ਸਾਡੇ ਨਾਲ ਗੱਲ ਕਰ ਲਈ। ਸੋ ਸਤਨਾਮ ਸਿੰਘ ਪੰਨੂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਪ੍ਰਧਾਨ ਨੇ, ਉਹਨਾਂ ਨਾਲ ਗੱਲਬਾਤ ਕਰ ਰਹੇ ਸੀ। ਉਹਨਾਂ ਨੇ ਕਹਿਣਾ ਕਿ ਫਿਲਹਾਲ 15 ਮਿੰਟਾਂ ਦੀ ਇੱਕ ਬ੍ਰੇਕ ਕੀਤੀ ਗਈ ਹੈ, ਫਿਲਹਾਲ ਮੀਟਿੰਗ ਖਤਮ ਨਹੀਂ ਹੋਈ। ਜੋ ਅੰਦਰ ਬੰਦੇ ਬੈਠੇ ਹੋਏ ਨੇ, ਅੰਦਰ ਬੈਠੇ ਹੋਏ ਨੇ ਪ੍ਰਧਾਨ ਸਾਹਿਬ, ਉਹਨਾਂ ਨੇ ਗੱਲਬਾਤ ਕੀਤੀ ਹੈ। ਪਰ ਫਿਲਹਾਲ ਜੋ ਵਿਗਿਆਨ ਭਵਨ ਦੇ ਬਾਹਰ ਦੀਆਂ ਤਸਵੀਰਾਂ ਨੇ, ਹਲਚਲ ਚੇਂਜ ਹੋ ਚੁੱਕੀ ਹੈ। ਉਹਨਾਂ ਨੇ ਕਿਹਾ ਕਿ ਐਮਐਸਪੀ ਨੂੰ ਲੈ ਕੇ ਅਸੀਂ ਕਿਹਾ ਕਿ ਇੱਕ ਕਾਨੂੰਨ ਬਣਾ ਦਿੱਤਾ ਜਾਵੇ, ਐਮਐਸਪੀ ਦੀ ਲੀਗਲ ਗਾਰੰਟੀ ਦੇ ਦਿੱਤੀ ਜਾਵੇ, ਔਰ ਇਸ ਤੋਂ ਪਹਿਲਾਂ ਜਿਹੜੀ ਜ਼ਰੂਰੀ ਵਸਤਾਂ ਸੋਧ ਬਿੱਲ ਹੈ ਉਸ ਨੂੰ ਲੈ ਕੇ ਚਰਚਾ ਹੋਈ ਹੈ। ਇੱਕ ਵਾਰ ਫਿਰ ਸਰਕਾਰ ਵੱਲੋਂ ਕਿਸਾਨਾਂ ਨੂੰ ਆਫਰ ਦਿੱਤਾ ਗਿਆ ਕਿ ਜਿਸ ਤਰ੍ਹਾਂ ਅਸੀਂ ਕਿਹਾ ਸੀ ਕਿ ਸੁਪਰੀਮ ਕੋਰਟ ਦੀ ਜੇਕਰ ਕਮੇਟੀ ਤੁਹਾਨੂੰ ਨਹੀਂ ਪਸੰਦ ਆ ਰਹੀ ਤਾਂ ਆਪਾਂ ਇੱਕ ਕਮੇਟੀ ਦਾ ਗਠਨ ਕਰ ਦਿੰਦੇ ਆ, ਉਸ ਕਮੇਟੀ ਦੇ ਵਿੱਚ ਕੁਝ ਮੈਂਬਰ ਤੁਸੀਂ ਆਪਣੇ ਰੱਖ ਸਕਦੇ ਹੋ, ਕੁਝ ਮੈਂਬਰ ਸਰਕਾਰ ਦੇ ਲੈ ਜਾਣਗੇ, ਪਰ ਉਸ ਨੂੰ ਰਿਜੈਕਟ ਕਰ ਦਿੱਤਾ ਸੀ ਕਿਸਾਨਾਂ ਨੇ। ਔਰ ਖਾਸ ਤੌਰ ਤੇ ਜਿਹੜੀ ਗੱਲ ਸੀਗੀ ਕਿ ਜਿਸ ਤਰ੍ਹਾਂ ਕਿਹਾ ਜਾ ਰਿਹਾ ਕਿ ਜ਼ਰੂਰੀ ਵਸਤਾਂ ਸੋਧ ਬਿੱਲ ਜਿਹੜੀ ਬਿੱਲ ਦੇ ਵਿੱਚ ਸੋਧ ਕੀਤੀ ਗਈ ਸੀ ਤਾਂ ਉਸ ਦੇ ਉੱਤੇ ਇੱਕ ਕੈਪ ਲਗਾਉਣ ਦੀ ਗੱਲ ਕਰ ਰਹੇ ਸੀ। ਕੇਂਦਰ ਨੇ ਕਿਹਾ ਸੀ ਕਿ ਉਸ ਦੇ ਵਿੱਚ ਅਸੀਂ ਕੁਝ ਹੋਰ ਕਰ ਦਿੰਦੇ ਹਾਂ ਸੋਧਾਂ, ਜਿਸ ਦੇ ਨਾਲ ਜਿਹੜੀ ਇੱਕ ਕੈਪ ਲੱਗ ਜਾਏਗੀ, ਕੈਪ ਤੇ ਲੱਗਣ ਦੇ ਨਾਲ ਸ਼ਾਇਦ ਉਹ ਬਿੱਲ ਤੇ ਕੋਈ ਇੰਪੈਕਟ ਪਏਗਾ, ਪਰ ਕਿਸਾਨਾਂ ਨੇ ਉਸ ਚੀਜ਼ ਨੂੰ ਵੀ ਰਿਜੈਕਟ ਕਰ ਦਿੱਤਾ। ਕਿਸਾਨਾਂ ਨੇ ਸਿੱਧਾ ਕਹਿਤਾ ਸੀ ਕਿ ਤੁਸੀਂ ਜਿੰਨਾ ਚਿਰ ਇਹ ਸੋਧ ਨੂੰ ਵਾਪਸ ਨਹੀਂ ਲੈ ਲੈਂਦੇ, ਜ਼ਰੂਰੀ ਵਸਤਾਂ ਸੋਧ ਬਿੱਲ 'ਚ ਸੋਧ ਨੂੰ ਵਾਪਸ ਨਹੀਂ ਲੈ ਲੈਂਦੇ, ਉਨੀ ਦੇਰ ਤੱਕ ਅਸੀਂ ਪਿੱਛੇ ਹਟਣ ਵਾਲੇ ਨਹੀਂ, ਔਰ ਤਿੰਨੇ ਕਾਨੂੰਨਾਂ ਨੂੰ ਰੱਦ ਕੀਤਾ ਜਾਵੇ। ਠੀਕ ਹੈ ਰੋਹਿਤ, ਤੁਸੀਂ ਗੱਲਬਾਤ ਕੀਤੀ ਹੈ। ਮੈਂ ਇੱਕ ਹੋਰ ਛੋਟਾ ਜਿਹਾ ਸਵਾਲ, ਉਸ ਤੋਂ ਬਾਅਦ ਮੈਂ ਪੰਕਜ ਕਪਾਹੀ ਕੋਲ ਜਾਵਾਂਗਾ। ਪੰਕਜ ਕਪਾਹੀ, ਪਹਿਲਾਂ ਪੰਕਜ ਕੋਲ ਚੱਲਦੇ ਹਾਂ। ਪੰਕਜ ਕੋਲ ਕੀ ਅਪਡੇਟ ਹੈ? ਪੰਕਜ ਕਪਾਹੀ ਲਗਾਤਾਰ ਸਾਡੇ ਨਾਲ ਬਣੇ ਹੋਏ ਨੇ ਇਸ ਮੀਟਿੰਗ ਨੂੰ ਲੈ ਕੇ, ਉਹਨਾਂ ਦੇ ਕੋਲ ਕੋਈ ਵੱਡੀ ਖਬਰ ਹੈ? ਪੰਕਜ, ਓਵਰ ਟੂ ਯੂ ਪੰਕਜ। ਗੌਰਵ, ਜਿਸ ਤਰੀਕੇ ਨਾਲ ਕਿਸਾਨ ਲੀਡਰ ਕਹਿ ਰਹੇ ਨੇ ਕਿ ਮੰਤਰੀ ਬਾਹਰ ਗਏ ਨੇ ਔਰ ਥੋੜੀ ਦੇਰ ਚ ਆਣਗੇ, ਅਜੇ ਮੀਟਿੰਗ ਓਵਰ ਨਹੀਂ ਹੋਈ, ਲੇਕਿਨ ਜੋ ਸਰਕਾਰ ਵੱਲੋਂ ਜਾਣਕਾਰੀ ਮਿਲੀ ਹੈ, ਸਰਕਾਰ ਵੱਲੋਂ ਇਹ ਕਿਹਾ ਗਿਆ ਕਿ ਮੀਟਿੰਗ ਆਲਮੋਸਟ ਖਤਮ ਹੋ ਗਈ ਹੈ, ਯਾਨੀ ਕਿ ਮੀਟਿੰਗ ਖਤਮ ਹੋ ਗਈ ਹੈ। ਅਗਲੀ ਤਾਰੀਖ ਜਿਹੜੀ ਹੈ ਅਜੇ ਤੈਅ ਨਹੀਂ ਹੋਈ, ਲੇਕਿਨ ਕਿਸਾਨ ਲੀਡਰਾਂ ਨੂੰ ਅਜੇ ਤੱਕ ਲੱਗ ਰਿਹਾ ਹੈ ਕਿ ਮੀਟਿੰਗ ਜਿਹੜੀ ਹੈ ਉਹ ਮੁਕੰਮਲ ਨਹੀਂ ਹੋਈ। ਇੰਤਜ਼ਾਰ ਕਿਸਾਨ ਲੀਡਰਾਂ ਦਾ ਕਰ ਰਹੇ ਆ, ਤਾਂ ਥੋੜੀ ਦੇਰ ਚ ਸਥਿਤੀ ਸਾਫ਼ ਹੋਏਗੀ ਕਿ ਕਿਸ ਤਰੀਕੇ ਦੇ ਨਾਲ ਮੀਟਿੰਗ ਓਵਰ ਹੋ ਗਈ ਹੈ, ਕਿਉਂਕਿ ਸਰਕਾਰ ਵੱਲੋਂ ਤਾਂ ਜੋ ਮੈਸੇਜ ਆਇਆ ਉਹਨਾਂ ਦਾ ਇਹੀ ਮੈਸੇਜ ਆਇਆ ਕਿ ਮੀਟਿੰਗ ਓਵਰ ਹੋ ਗਈ ਹੈ। ਤਾਂ ਕਿਸਾਨ ਜੋ ਗੱਲਬਾਤ ਕਰ ਰਹੇ ਨੇ ਉਹ ਕਹਿ ਰਹੇ ਨੇ ਕਿ ਸ਼ਾਇਦ ਮੰਤਰੀ ਅਜੇ ਬਾਹਰ ਗਏ ਨੇ, ਵਾਪਸ ਆ ਸਕਦੇ ਨੇ, ਤਾਂ ਇੰਤਜ਼ਾਰ ਇਸ ਵੇਲੇ ਕੀਤਾ ਜਾ ਰਿਹਾ। ਥੋੜੀ ਦੇਰ ਚ ਸਥਿਤੀ ਗੌਰਵ ਜਿਹੜੀ ਹੈ ਉਹ ਸਾਫ਼ ਹੁੰਦੀ ਹੋਈ ਨਜ਼ਰ ਆਏਗੀ, ਲੇਕਿਨ ਇੱਕ ਗੱਲ ਸਾਫ਼ ਹੈ ਕਿ ਅਜੇ ਤੱਕ ਮੀਟਿੰਗ ਪੂਰੀ ਤਰੀਕੇ ਨਾਲ ਬੇਸਿਕ ਚੱਲ ਰਹੀ ਹੈ, ਕਿਉਂਕਿ ਸਰਕਾਰ ਦੇ ਸਾਹਮਣੇ ਕਿਸਾਨ ਜਥੇਬੰਦੀਆਂ ਕਹਿ ਰਹੀਆਂ ਸੀਗੀਆਂ ਕਿ ਤਿੰਨੇ ਕਾਨੂੰਨ ਰੱਦ ਕਰੋ, ਲੇਕਿਨ ਸਰਕਾਰ ਇੱਕ ਇੱਕ ਬਿੰਦੂ ਤੇ ਜੋ ਹਰ ਵਾਰ ਕਹਿੰਦੀ ਹੈ ਕਿ ਸੋਧ ਕਰਵਾਉਣ ਨੂੰ ਲੈ ਕੇ ਸਰਕਾਰ ਦਾ ਇਹੀ ਰੁਖ ਸੀਗਾ, ਔਰ ਦੂਜੇ ਪਾਸੇ ਐਮਐਸਪੀ ਨੂੰ ਲੈ ਕੇ ਜਥੇਬੰਦੀਆਂ ਗੱਲਬਾਤ ਕਰ ਰਹੀਆਂ ਸੀਗੀਆਂ, ਲੇਕਿਨ ਸਰਕਾਰ ਨੇ ਗੱਲਬਾਤ ਨਹੀਂ ਕੀਤੀ। ਸਰਕਾਰ ਨੇ ਸਵਾਲ ਪੁੱਛਿਆ ਕਿ ਐਮਐਸਪੀ ਨੂੰ ਲੈ ਕੇ ਅਗਰ ਇੱਕ ਰਾਏ ਬੰਦੀ ਹੈ ਤਾਂ ਕੀ ਅੰਦੋਲਨ ਖਤਮ ਹੋਏਗਾ, ਲੇਕਿਨ ਜਥੇਬੰਦੀਆਂ ਦਾ ਕਹਿਣਾ ਸੀਗਾ ਕਿ ਤਿੰਨੇ ਕਾਨੂੰਨ ਰੱਦ ਹੋਣ ਤੋਂ ਬਾਅਦ ਹੀ ਅੰਦੋਲਨ ਜਿਹੜਾ ਉਹ ਖਤਮ ਹੋਏਗਾ। ਜੀ ਠੀਕ ਹੈ, ਮੈਂ ਪੰਕਜ ਤੁਹਾਡੇ ਕੋਲ ਵਾਪਸ ਆਵਾਂਗਾ। ਜਿਵੇਂ ਅਪਡੇਟ ਹੋਇਆ ਫੌਰਨ ਤੁਹਾਡੇ ਕੋਲ ਵਾਪਸ ਆਵਾਂਗੇ। ਲਗਾਤਾਰ ਅਪਡੇਟ ਅਸੀਂ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ। ਕੁਝ ਹੀ ਪਲਾਂ ਦੇ ਵਿੱਚ ਮੀਟਿੰਗ ਖਤਮ ਹੋਣ ਦੀ ਉਮੀਦ ਹੈ, ਪਰ ਹੁਣ ਤੱਕ ਤਕਰੀਬਨ 4.5 ਪੌਣੇ 5 ਘੰਟੇ ਬਾਅਦ ਮੀਟਿੰਗ ਜਾਰੀ ਹੈ, ਪੌਣੇ 5 ਘੰਟੇ ਦੀ। ਹੁਣ ਤੱਕ ਨਤੀਜਾ ਕੁਝ ਨਹੀਂ ਨਿਕਲਿਆ, ਨਤੀਜਾ ਸਿਫਰ ਹੈ। ਮੈਂ ਰੁਕ ਕਰਾਂਗਾ ਇੱਕ ਵਾਰ ਫਿਰ ਤੋਂ ਰੋਹਿਤ ਬੰਸਲ ਦਾ। ਰੋਹਿਤ ਲਗਾਤਾਰ ਅਪਡੇਟ ਦੇ ਨਾਲ ਸਾਡੇ ਨਾਲ ਜੁੜ ਰਹੇ ਨੇ। ਰੋਹਿਤ, ਤੁਹਾਡੀ ਕਿਸਾਨ ਆਗੂਆਂ ਦੇ ਨਾਲ ਗੱਲਬਾਤ ਹੋਈ ਹੈ, ਨਿਚੋੜ ਜੇਕਰ ਦੱਸ ਸਕੋਗੇ ਕਿਹੜੇ 2-3 ਅਹਿਮ ਪੁਆਇੰਟਸ ਦੇ ਉੱਤੇ ਗੱਲਬਾਤ ਅੱਜ ਮੀਟਿੰਗ ਦੇ ਅੰਦਰ ਪਿਛਲੇ 4-4.5 ਘੰਟੇ ਦੇ ਵਿੱਚ ਹੋਈ ਹੈ? ਰੋਹਿਤ ਜੀ ਬਿਲਕੁਲ ਪਿਛਲੇ 3-4 ਘੰਟੇ ਦੀ ਗੱਲ ਕੀਤੀ ਜਾਏ, ਪਰ ਉਸ ਤੋਂ ਪਹਿਲਾਂ ਇੱਕ ਅਹਿਮ ਅਪਡੇਟ ਦੇਣ ਜਾ ਰਿਹਾ ਕਿ ਹੁਣ ਤੱਕ ਜੋ ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀ ਆ ਰਹੀ ਆ, 19 ਜਨਵਰੀ ਨੂੰ ਦੁਪਹਿਰ 12 ਵਜੇ ਇੱਕ ਵਾਰ ਫੇਰ ਮੀਟਿੰਗ ਹੋਣ ਜਾ ਰਹੀ ਹੈ। ਜੋ ਅਗਲੀ ਮੀਟਿੰਗ ਦਾ ਸਮਾਂ ਔਰ ਤਰੀਕ ਆ ਉਹ 19 ਜਨਵਰੀ ਦੁਪਹਿਰ 12 ਵਜੇ ਹੋਣ ਦੀ ਪੂਰੀ ਸੰਭਾਵਨਾ ਹੈ। ਹਾਲਾਂਕਿ ਹਾਲੇ ਤੱਕ ਸੂਤਰਾਂ ਦੇ ਹਵਾਲੇ ਤੋਂ ਅਹਿਮ ਜਾਣਕਾਰੀ ਮਿਲੀ ਹੈ ਕਿ ਅਗਲੀ ਮੀਟਿੰਗ 12 ਵਜੇ ਦੁਪਹਿਰ 19 ਤਰੀਕ ਨੂੰ ਹੋਏਗੀ। ਫਿਲਹਾਲ ਜੋ ਕਿਸਾਨ ਆਗੂ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਕਿਸਾਨ ਆਗੂ ਬਾਹਰ ਨਿਕਲਣਾ ਸ਼ੁਰੂ ਹੋ ਚੁੱਕੇ ਨੇ, ਮੀਟਿੰਗ ਖਤਮ ਹੋ ਚੁੱਕੀ ਹੈ। ਰੁਲਦੂ ਸਿੰਘ ਮਾਨਸਾ ਤੁਹਾਨੂੰ ਇਹਨਾਂ ਤਸਵੀਰਾਂ ਦੇ ਵਿੱਚ ਨਜ਼ਰ ਆ ਰਹੇ ਨੇ। ਰੁਲਦੂ ਸਿੰਘ ਮਾਨਸਾ ਤੁਹਾਨੂੰ ਨਜ਼ਰ ਆ ਰਹੇ ਨੇ, ਨਾਲ ਉਹਨਾਂ ਦੇ ਹੋਰ तमाम ਕਿਸਾਨ ਆਗੂ ਨੇ ਜਿਹੜੇ ਬਾਹਰ ਆ ਰਹੇ ਨੇ। ਇੱਕ ਤੋਂ ਬਾਅਦ ਇੱਕ ਕਿਸਾਨ ਆਗੂ ਤੁਹਾਨੂੰ ਜੋਗਿੰਦਰ ਸਿੰਘ ਉਗਰਾਹਾ ਨਜ਼ਰ ਆ ਰਹੇ ਹੋਣਗੇ, ਔਰ ਇਸ ਤੋਂ ਇਲਾਵਾ ਹੋਰ ਵੱਡੀ ਗਿਣਤੀ ਜਿਹੜੇ ਕਿਸਾਨ ਆਗੂ ਨੇ ਹੱਥ ਹਿਲਾ ਕੇ ਸਵਾਗਤ ਕਰ ਰਹੇ ਨੇ। ਜੀ ਰੋਹਿਤ, ਤੁਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂ, ਤੁਹਾਨੂੰ ਨਾਲ ਨਜ਼ਰ ਆ ਰਹੇ ਨੇ। ਕਰਨਾ ਗੱਲਬਾਤ ਦੀ ਮੈਂ ਇੱਕ ਵਾਰ ਵੱਡੀ ਖਬਰ ਆਪਣੇ ਦਰਸ਼ਕਾਂ ਤੱਕ ਜ਼ਰੂਰ ਪਹੁੰਚਾ ਦਵਾਂ। ਤਾਂ ਗੌਰਵ ਬਹੁਤ ਜਲਦ ਉਹਨਾਂ ਨਾਲ ਕੋਸ਼ਿਸ਼ ਕੀਤੀ ਜਾਏਗੀ, ਪਰ ਫਿਲਹਾਲ ਜੀ ਬਿਲਕੁਲ ਚਿਹਰੇ ਤੇ ਥੋੜੀ ਖੁਸ਼ੀ ਜ਼ਰੂਰ ਨਜ਼ਰ ਆ ਰਹੀ ਹੈ। ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਉਹਨਾਂ ਦਾ ਕੀ मतलब साफ है कि ऑलमोस्ट मीटिंग खत्म हो चुकी है। जी
ਇਸ ਸਮੇਂ ਇੱਕ ਹੋਰ ਜਾਣਕਾਰੀ ਦੇ ਦਈਏ ਜੋ ਰੋਹਿਤ ਬੰਸਲ ਸਾਨੂੰ ਜਾਣਕਾਰੀ ਸਾਡੇ ਦਰਸ਼ਕਾਂ ਤੱਕ ਪਹੁੰਚਾ ਰਹੇ ਨੇ। 19 ਤਰੀਕ ਕਿੰਨੀ ਤਰੀਕ ਅਗਲੀ ਨਿਸ਼ਚਿਤ ਕੀਤੀ ਗਈ ਹੈ? ਦੁਪਹਿਰ 12 ਵਜੇ ਅਗਲੀ ਮੀਟਿੰਗ ਦੁਬਾਰਾ ਤਰੀਕ ਮੀਟਿੰਗ ਬੇਸਿੱਟਾ ਕੋਈ ਨਵੀਂ ਨਹੀਂ। ਜਿਹੜਾ ਮੈਂ ਕਿਹਾ ਸਰਕਾਰ ਦਾ ਜੇ ਮਨ ਨਹੀਂ ਹੈਗਾ, ਅਜੇ ਸਰਕਾਰ ਸਾਡਾ ਮਨ ਵੇਖ ਰਹੀ ਆ, ਅਜੇ ਸਾਡਾ ਸੰਘਰਸ਼ ਵੇਖ ਰਹੀ ਆ। ਜਦੋਂ ਇਹ ਟੈਂਪਰੇਚਰ ਸੰਘਰਸ਼ ਦਾ ਉੱਪਰ ਹੋਊਗਾ ਫੇਰ ਕੋਈ ਗੱਲ ਹੋਊਗੀ। ਅਜੇ ਬਿਲਕੁਲ ਕੋਈ ਗੱਲ ਬਿਲਕੁਲ ਬੇਸਿੱਟਾ ਹੋਈ ਆ ਤੇ ਅਜੇ ਇਹ ਸੰਘਰਸ਼ ਹੋਰ ਤੇਜ਼ ਕਰਾਂਗੇ। ਸਾਨੂੰ ਆਪਣੇ ਸੰਘਰਸ਼ ਦੇ ਵਿਸ਼ਵਾਸ ਆ। ਕੋਈ ਗੱਲ ਨਵੀਂ ਨਹੀਂ ਹੋਈ, ਉਹੀ ਗੱਲ ਵੀ ਅਸੀਂ ਜਿਹੜਾ ਜੀ ਰਿਪੀਲ ਤੋਂ ਬਗੈਰ ਕੋਈ ਕਰਾਂਗੇ, ਰਿਪੀਲ ਤੋਂ ਬਗੈਰ ਕੁਝ ਕਰਾ ਲਓ। ਅਸੀਂ ਹੀ ਰਿਪੀਲ ਤੋਂ ਬਗੈਰ ਕੁਝ ਨਹੀਂ ਕਰਾਉਣਾ। ਸੋ ਸਾਡੇ ਨਾਲ ਜਗਮੋਹਨ ਜੀ ਜੁੜ ਚੁੱਕੇ ਨੇ। ਜਗਮੋਹਨ ਜੀ, ਅੱਜ ਦੀ ਮੀਟਿੰਗ ਅਗਲੀ ਮੀਟਿੰਗ ਕਿਵੇਂ ਰੱਖੀ ਗਈ ਹੈ? ਪਹਿਲਾਂ ਤਾਂ 9 राउंड में हुआ है, वैसा ही इस राउंड में हुआ है। 3 काले कानूनों पर सरकार संशोधन के लिए बात करती रही, कुछ बात हम लोग की भी हुई, परंतु उस पर बात नहीं बनी। कुछ सिट्टा निकलूगा। ਇਹਦਾ ਮਤਲਬ ਇਹ ਹੈ ਵੀ ਜਿਹੜੀ ਜੁਡੀਸ਼ਰੀ ਨੇ ਦਖਲਅੰਦਾਜ਼ੀ ਕੀਤੀ ਸੀ ਜਾਂ ਜਿਹੜੀ ਲੰਗੜੀ ਲੂਲੀ ਕਮੇਟੀ ਬਣੀ ਆ ਉਹਨੂੰ ਜ਼ਰੂਰ ਧੱਕਾ ਲੱਗੂਗਾ ਇਸ ਗੱਲ। ਕੀ ਲੱਗ ਰਿਹਾ ਜਿਹੜੀ ਸੁਪਰੀਮ ਕੋਰਟ ਦੀ ਕਮੇਟੀ ਬਣੀ ਉਹ ਚ ਰਿਜ਼ਾਈਨ ਦੇਤਾ, ਉਸ ਤੋਂ ਬਾਅਦ ਅੱਜ ਵੀ ਕਹਿ ਰਹੇ ਸੀ ਕਿ ਇੱਕ ਕਮੇਟੀ ਦੀ ਗੱਲ ਚੱਲੀ, ਕੇਂਦਰ ਨੇ ਕਿਹਾ ਕਿ ਕਿਸਾਨ ਔਰ ਕੇਂਦਰ ਮਿਲ ਕੇ ਇੱਕ ਕਮੇਟੀ ਬਣਾ ਲੈਂਦੇ ਆ। ਨਹੀਂ, ਉਹਨਾਂ ਨੇ ਲਿਆਂਦੀ ਪ੍ਰਪੋਜ਼ਲ ਸੋਚਾਂਗੇ, ਪਰ ਲੱਗਦਾ ਨਹੀਂ ਉਹਦੇ ਕਰਕੇ ਉਹਦੇ ਬਾਰੇ ਕੁਝ ਨਹੀਂ ਕਹਿ ਸਕਦੇ। ਪਰ ਇੱਕ ਗੱਲ ਪੱਕਾ ਹੈ, ਜਿਹੜਾ ਇਹ ਫੈਸਲਾ ਸਰਕਾਰ ਦਾ ਤੇ ਕਿਸਾਨਾਂ ਦਾ ਅੱਜ ਦੀ ਮੀਟਿੰਗ 'ਚ ਵੀ ਆਪਾਂ ਗੱਲਬਾਤ ਕਰਦੇ ਰਹਾਂਗੇ, ਇਹਦੇ ਨਾਲ ਬਣੀ ਕਮੇਟੀ ਨੂੰ ਧੱਕਾ ਜ਼ਰੂਰ ਲੱਗਣਾ ਚਾਹੀਦਾ, ਕਿਉਂਕਿ ਉਸ ਕਮੇਟੀ ਦੀ ਕੀ ਇੰਪੋਰਟੈਂਸ ਰਹਿ ਗਈ ਜੇ ਸਾਡੀ ਗੱਲਬਾਤ ਚੱਲਦੀ। ਉਸ ਕਮੇਟੀ ਨੂੰ ਤੁਸੀਂ ਰਿਜੈਕਟ ਕਰ ਚੁੱਕੇ ਹੋ। ਮੀਟਿੰਗ ਦੇ ਵਿੱਚ ਨਵੀਂ अपन लोग बैठे, बड़े मन से ये किया वो किया, उसके बाद में यही विषय आया कि हम बार बार कह रहे हैं कि आप इसमें संशोधन की बात करते हैं। हम लोगों ने भी कहा कि हम बार बार आपसे कह रहे हैं कि हम संशोधन नहीं चाहते हैं, रिफिल चाहते हैं। तो फिर उन्होंने कहा कि जो आवश्यक वस्तु अधिनियम है उसमें क्या आप अंतर चाह पाते हैं। तो हमने कहा 1955 का जो कानून है जमाखोरी कालाबाजारी का वो रहेगा, उसमें किसान को लिमिट दी गई है। ਨਾ ਨਾ ਐਸੀ ਕੋਈ ਸੋ ਜਿਹੜੀ ਮੀਟਿੰਗ ਦੀ ਅਸੀਂ ਜ਼ਿਕਰ ਕਰ ਰਹੇ ਸੀ, ਵਾਰ-ਵਾਰ ਜ਼ਿਕਰ ਕਰ ਰਹੇ ਸੀ ਗੌਰਵ ਕਿ 19 ਤਰੀਕ ਨੂੰ ਦੁਪਹਿਰ 12 ਵਜੇ ਮੀਟਿੰਗ ਹੋਏਗੀ, ਉਸ ਚੀਜ਼ ਤੇ ਮੋਹਰ ਲੱਗਦੀ ਸਾਫ਼ ਤੌਰ ਤੇ। ਸਭ ਤੋਂ ਪਹਿਲਾਂ ਜਾਣਕਾਰੀ ਅਸੀਂ ਨਿਊਜ਼ 18 ਪੰਜਾਬ ਦੇ ਜ਼ਰੀਏ ਦਿੱਤੀ ਸੀ ਕਿ 19 ਤਰੀਕ ਨੂੰ ਦੁਪਹਿਰ 12 ਵਜੇ ਮੀਟਿੰਗ ਹੋਏਗੀ ਔਰ ਉਹੀ ਖਬਰ ਤੇ ਮੋਹਰ ਲੱਗੀ ਹੈ। ਜਗਮੋਹਨ ਨੇ ਸਾਨੂੰ ਦੱਸ ਦਿੱਤਾ ਹੈ ਕਿ ਜਿਹੜੀ 19 ਤਰੀਕ ਨੂੰ ਦੁਪਹਿਰ 12 ਵਜੇ ਇਹ ਮੀਟਿੰਗ ਹੋਏਗੀ। ਹੋਰ ਕਿਸਾਨ ਆਗੂ ਨੇ, ਉਹਨਾਂ ਨਾਲ ਗੱਲਬਾਤ ਦੀ ਕੋਸ਼ਿਸ਼ ਕਰਾਂਗੇ। ਲਗਾਤਾਰ ਕਿਸਾਨ ਆਗੂ ਇੱਕ ਤੋਂ ਬਾਅਦ ਇੱਕ ਕਿਸਾਨ ਆਗੂ ਨੇ ਜਿਹੜੇ ਉਹ ਬਾਹਰ ਆ ਰਹੇ ਨੇ, ਤਸਵੀਰਾਂ ਦੇ ਨਾਲ ਤੁਹਾਨੂੰ ਲਗਾਤਾਰ ਦਿਖਾ ਰਹੇ ਹਾਂ ਕਿ ਜਿਹੜੇ ਕਿਸਾਨ ਆਗੂ ਨੇ ਉਹ ਬਾਹਰ ਆ ਰਹੇ ਨੇ। ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਉਹਨਾਂ ਦਾ ਇਸ ਬਾਰੇ ਕੀ ਕਹਿਣਾ। ਤਸਵੀਰਾਂ ਵਿੱਚ ਤੁਹਾਨੂੰ ਦੇਖ ਰਹੇ ਹੋਣਗੇ ਹਰਪਾਲ ਸਿੰਘ ਬਿਲਾਰੀ ਯੂਪੀ ਦੇ ਲੀਡਰ ਨੇ, ਉਹ ਬਾਹਰ ਆ ਰਹੇ ਨੇ। ਲੱਖੋਵਾਲ ਸਾਹਿਬ ਤੁਹਾਨੂੰ ਨਜ਼ਰ ਆ ਰਹੇ ਨੇ ਤਸਵੀਰਾਂ ਦੇ ਵਿੱਚ, ਕੁਲਦੀਪ ਮੈਮੀ ਤੁਹਾਨੂੰ ਨਜ਼ਰ ਆ ਰਹੇ ਨੇ, ਭੋਗ ਸਿੰਘ ਮਾਨਸਾ ਨਜ਼ਰ ਆ ਰਹੇ ਨੇ। ਲਗਾਤਾਰ ਤਸਵੀਰਾਂ ਦੇ ਨਾਲ ਜਿੱਦਾਂ ਹੀ ਕਿਸਾਨ ਆਗੂ ਬਾਹਰ ਆਉਂਦੇ ਨੇ ਉਹਨਾਂ ਨਾਲ ਅਗਲੀ ਗੱਲਬਾਤ ਕੀਤੀ ਜਾਏਗੀ ਕਿ ਉਹਨਾਂ ਨੇ ਅੱਜ ਦੀ ਮੀਟਿੰਗ ਬਾਰੇ ਕੀ ਸੋਚਦੇ ਨੇ, ਅੱਜ ਦੀ ਮੀਟਿੰਗ ਬਾਰੇ ਉਹਨਾਂ ਦਾ ਕੀ ਕਹਿਣਾ ਹੈ। ਸੋ ਲਗਾਤਾਰ ਪਰ ਸਭ ਤੋਂ ਪਹਿਲੀ ਜਿਹੜੀ ਜਾਣਕਾਰੀ ਤੁਹਾਨੂੰ ਦਿੱਤੀ ਸੀ, ਉਸ ਜਾਣਕਾਰੀ ਤੁਹਾਨੂੰ ਕਿ 19 ਤਰੀਕ ਨੂੰ ਦੁਪਹਿਰ 12 ਵਜੇ ਮੀਟਿੰਗ ਹੋਏਗੀ, ਉਸ ਚੀਜ਼ ਤੇ ਸਪਸ਼ਟ ਤੌਰ ਤੇ ਮੋਹਰ ਲਗਾ ਦਿੱਤੀ ਹੈ। ਲਗਾਤਾਰ ਜਗਮੋਹਨ ਜੀ, ਡਾਕਟਰ ਦਰਸ਼ਨਪਾਲ, ਸੋ ਡਾਕਟਰ ਦਰਸ਼ਨਪਾਲ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਔਰ ਲਗਾਤਾਰ ਜਿਸ ਟੌਪਿਕ ਤੇ ਚਰਚਾ ਹੋਈ ਹੈ ਉਸ ਟੌਪਿਕ ਤੇ ਕੀ ਉਹਨਾਂ ਦਾ ਕਹਿਣਾ ਉਸ ਨੂੰ ਲੈ ਕੇ ਗੱਲਬਾਤ ਕਰਾਂਗੇ। ਕੁਝ ਨਹੀਂ ਰਿਹਾ, ਬੇਸਿੱਟਾ ਰਹੀ ਬਿਲਕੁਲ। ਪਹਿਲੀ ਚਰਚਾ 'ਚ ਜਿਹੜੀ ਆਪਾਂ ਮੰਗ ਕੀਤੀ ਸੀ ਕੋਮੋਸ਼ੇਸ਼ ਐਕਟ ਜਿਹੜਾ ਦੂਜੇ ਨੰਬਰ ਦਾ, ਉਹਦੇ 'ਚ ਪਹਿਲਾ ਜਿਹੜਾ ਐਕਟ 1955 ਵਾਲਾ ਉਹ ਬਹਾਲ ਕੀਤਾ ਜਾਵੇ, ਜਿਹੜੀਆਂ ਸੋਧਾਂ ਕੀਤੀਆਂ ਵਾਪਸ ਲਈਆਂ ਜਾਣ, ਉਹ ਸਰਕਾਰ ਉਹਦੇ 'ਚ ਨਹੀਂ ਮੰਨੀ। MSP ਦੇ ਕੋਸ਼ਿਸ਼ ਕੀਤੀ ਚਰਚਾ ਕਰਨ ਦੀ, ਪਰ ਸਰਕਾਰ ਨੇ ਕੀਤੀ ਨਹੀਂ, ਉਹ ਕਹਿੰਦੇ ਪਹਿਲਾਂ ਦੂਜਾ ਨਿਬੇੜ ਲਈਏ। ਅਗਲੀ ਮੀਟਿੰਗ ਕਦੋਂ ਹੋਣ ਦੀ ਗੱਲ ਕੀਤੀ ਗਈ ਸੀ ਛੋਟੀ और 19 ਤਾਰੀਖ को 12 ਵਜੇ ਦੁਬਾਰਾ 19 ਤਰੀਕ ਨੂੰ 12 ਵਜੇ ਅਗਲੀ ਮੀਟਿੰਗ। 3 ਕਾਨੂੰਨਾਂ ਬਾਰੇ ਕੋਈ ਗੱਲ ਅੱਗੇ ਨਹੀਂ ਵਧੀ, MSP ਬਾਰੇ ਵੀ ਗੱਲ ਨਹੀਂ ਹੋਈ, ਬਸ 3 ਕਾਨੂੰਨਾਂ ਬਾਰੇ ਉਹਨਾਂ ਦਾ ਇਹੀ ਸੀ ਕਿ ਛੋਟੀ ਕਮੇਟੀ ਬਣਾ ਲਓ। ਅਸੀਂ ਕਿਹਾ ਵੀ ਛੋਟੀ ਕਮੇਟੀ ਸਾਡੀ ਬਣਾਉਣ ਦੇ ਵਿੱਚ 50 ਔਕੜਾਂ ਨੇ, ਅਸੀਂ ਛੋਟੀ ਕਮੇਟੀ ਨਹੀਂ ਬਣਾਈ ਹੈ, ਨਾ ਬਣਾਈਏ। ਬਾਕੀ ਅਸੀਂ ਆਪਣੀਆਂ ਮੀਟਿੰਗਾਂ ਕਰ ਰਹੇ ਹਾਂ ਤੇ ਗੱਲਬਾਤ 100% ਵਿਫਲ ਬੇਸਿੱਟਾ। ਇਹ ਦੁਆਰਾ ਬੇਸਿੱਟਾ ਸਾਬਤ ਹੋਈ ਇਹ ਮੀਟਿੰਗ ਵੀ ਫਿਰ MSP ਕਾਨੂੰਨ ਵਾਸਤੇ ਜੋ ਟਰੈਕਟਰ ਰੈਲੀ ਉਹਨੂੰ ਲੈ ਕੇ ਕੋਈ ਗੱਲਬਾਤ ਨਹੀਂ ਹੋਈ। ਉਹਦੇ ਮੰਤਰੀਆਂ ਦੇ ਤੁਹਾਨੂੰ ਰਵੱਈਏ 'ਚ ਵੀ ਅੱਜ ਫਰਕ ਲੱਗਿਆ ਕਿਉਂਕਿ ਬਹੁਤ ਸਾਰੀਆਂ ਮੀਟਿੰਗਾਂ ਹੋ ਗਈਆਂ ਜੀ।
ਨਹੀਂ ਕੋਈ ਫਰਕ ਨਹੀਂ ਮੰਤਰੀਆਂ ਦੇ ਰਵੱਈਏ 'ਚ। ਮੰਤਰੀਆਂ ਦਾ ਰਵੱਈਆ ਜਿਹੜਾ ਉਹ ਅੱਜ ਪਹਿਲਾਂ ਵਾਲਾ ਹੀ ਹੈ, ਕਦੀ ਨਰਮ ਹੋ ਜਾਂਦਾ, ਕਦੀ ਸਖਤ ਹੋ ਜਾਂਦਾ, ਇਦਾਂ ਹੀ ਚੱਲਦਾ ਰਹਿੰਦਾ ਮੀਟਿੰਗ ਦੇ ਵਿੱਚ। ਸੋ ਸਾਫ਼ ਤੌਰ ਤੇ ਕਹਿ ਰਹੇ ਕਿ ਰਵੱਈਆ ਉਹੀ ਹੈ, ਕਦੇ ਨਰਮ ਹੋ ਜਾਂਦਾ, ਕਦੇ ਸਖਤ ਹੋ ਜਾਂਦਾ। ਕਿਸਾਨ ਆਗੂ ਇੱਕ ਤੋਂ ਬਾਅਦ ਇੱਕ ਜਿਹੜੇ ਕਿਸਾਨ ਆਗੂ ਹੈ ਉਹਨਾਂ ਨਾਲ ਗੱਲਬਾਤ ਕਰਦੇ ਰਵਾਂਗੇ, ਲਗਾਤਾਰ ਉਹਨਾਂ ਨਾਲ ਗੱਲਬਾਤ ਜਾਰੀ ਰੱਖਾਂਗੇ। ਕੁਝ ਹੋਰ ਕਿਸਾਨ ਆਗੂ ਨੇ, ਉਹਨਾਂ ਨਾਲ ਗੱਲਬਾਤ ਦੀ ਕੋਸ਼ਿਸ਼ ਕੀਤੀ ਜਾਏਗੀ ਕਿ ਉਹਨਾਂ ਦਾ ਇਸ ਚੀਜ਼ ਬਾਰੇ ਕੀ ਸੋਚਣਾ। ਅੱਜ ਦੀ ਮੀਟਿੰਗ ਵਿੱਚੋਂ ਮੁੱਖ ਤੌਰ ਤੇ ਕੀ ਚੀਜ਼ ਸਾਹਮਣੇ ਨਿਕਲ ਕੇ ਆਉਂਦੀ ਹੈ। ਰਵੀ ਮੈਡਮ ਨਾਲ ਗੱਲ ਕਰਾਂਗੇ, ਉਹਨਾਂ ਦਾ ਇਸ ਚੀਜ਼ ਬਾਰੇ ਕੀ ਕਹਿਣਾ। ਮੀਟਿੰਗਾਂ ਦੇ ਵਿੱਚ ਲਗਾਤਾਰ ਜਾਂਦੇ ਰਹਿੰਦੇ ਨੇ, ਮੀਟਿੰਗਾਂ ਦੇ ਵਿੱਚ ਹਿੱਸਾ ਲੈਂਦੇ ਰਹਿੰਦੇ ਨੇ। ਐਮਐਸਪੀ ਨੂੰ ਲੈ ਕੇ ਅਗਰ ਸਹਿਮਤੀ ਬਣ ਗਈ ਤਾਂ ਕੀ ਅੰਦੋਲਨ ਖਤਮ ਹੋਏਗਾ? ਬਿਲਕੁਲ ਐਮਐਸਪੀ ਨੂੰ ਲੈ ਕੇ ਸਹਿਮਤੀ ਬਣ ਗਈ ਤਾਂ ਵੀ ਅੰਦੋਲਨ ਖਤਮ ਹੋ ਸਕਦਾ। 3 ਕਾਨੂੰਨ ਜਦੋਂ ਬਾਅਦ ਰਿਪੀਲ ਕੀਤੇ ਜਾਣ ਤਾਂ ਵੀ ਅੰਦੋਲਨ ਖਤਮ। ਅਸੀਂ ਕਲੀਅਰ ਕੱਟ ਕੇ ਦੱਸਤਾ, ਪਰ ਉਹਨਾਂ ਨੇ ਦੁਬਾਰਾ ਉਹੀ ਰਿਪੀਲ ਕਰਨ ਵਾਸਤੇ ਆਪਣੀਆਂ ਬਾਰ-ਬਾਰ ਜਿਹੜੀਆਂ ਅਮੈਂਡਮੈਂਟ ਦੀ ਗੱਲਾਂ ਜਾਂ ਹੋਰ ਜਾਂ ਇੱਕ ਜ਼ਿਆਦਾ ਜ਼ੋਰ ਪਾਇਆ ਜਿਹੜੀ ਛੋਟੀ ਕਮੇਟੀ ਬਣਾਓ, ਤੁਸੀਂ 5 ਮੈਂਬਰੀ ਕਮੇਟੀ ਦਿਓ ਵੀ ਅਸੀਂ ਉਹਨਾਂ ਨਾਲ ਗੱਲ ਕਰ ਸਕਦੇ ਹਾਂ, ਭਲਾ ਅਨਆਫੀਸ਼ੀਅਲੀ ਹੋਵੇ ਵੀ ਉਹ ਗੱਲ ਕਰ ਲੈਣ ਪਹਿਲਾਂ। ਤੇ ਹੁਣ ਅਸੀਂ ਇਹ ਕਿਹਾ ਹਾਲੇ ਅਸੀਂ ਨਹੀਂ ਦੇ ਸਕਦੇ, ਅਸੀਂ ਤਾਂ ਪੂਰੀ ਕਮੇਟੀ ਨਾਲ ਹੀ ਗੱਲ ਕਰਾਂਗੇ। ਹੁਣ 18 ਤਰੀਕ ਨੂੰ 12 ਵਜੇ ਮੀਟਿੰਗ ਹੋਊਗੀ ਦੁਬਾਰਾ। 19 ਤਰੀਕ ਨੂੰ ਮੀਟਿੰਗ ਦਾ ਜ਼ਿਕਰ ਕੀਤਾ ਜਾ ਰਿਹਾ ਔਰ ਜ਼ਰੂਰੀ ਵਸਤਾਂ ਐਕਟ ਨੂੰ ਲੈ ਕੇ ਪਿਊਸ਼ ਗੋਇਲ ਨੇ ਅੱਜ ਬਰੀਫ ਕੀਤਾ, ਤਸੱਲੀ ਨਾਲ ਬਰੀਫ ਕੀਤਾ। ਉਹਨਾਂ ਨੇ ਦੱਸਿਆ ਕਿ ਐਫਸੀਆਈ ਖਤਮ ਨਹੀਂ ਹੋਏਗੀ, ਐਫਸੀਆਈ ਮਜ਼ਬੂਤ ਹੋਏਗੀ, ਇਸ ਗੱਲ ਦਾ ਜ਼ਿਕਰ ਉਹਨਾਂ ਨੇ ਕੀਤਾ। ਹਾਂ, ਉਹ ਐਮਐਸਪੀ ਦੀ ਜੋ ਗੱਲ ਚੱਲੀ ਤੇ ਵੀ ਤੁਸੀਂ ਐਫਸੀਆਈ ਤੇ ਆਬਜੈਕਸ਼ਨ ਲੱਗਦਾ ਵੀ ਐਫਸੀਆਈ ਖਤਮ ਹੋ ਸਕਦੀ ਹੈ, ਪਰ ਉਹਨੇ ਕਿਹਾ ਨਹੀਂ, ਐਫਸੀਆਈ ਨਹੀਂ ਖਤਮ ਹੋਊਗੀ। ਇਹਨੂੰ ਸਗੋਂ ਅਸੀਂ ਅੱਜ ਹੋਰ ਫੰਡਿੰਗ ਕੀਤੀ ਹੋਈ ਹੈ ਐਮਐਸਪੀ ਸਰਕਾਰ ਨੇ। ਤੇ ਪਰ ਆਪਣੇ ਜਿਹੜੇ ਸੈਸ਼ਨ ਗੁੱਡਸ ਵਾਲੇ ਤੇ ਉਹ ਤੇ ਉਹ ਆਪਣਾ ਰਖਤ ਪਿੱਛੇ ਨਹੀਂ ਪੈਰ ਰੱਖ ਰਹੇ ਸੀ। ਜਥੇਬੰਦੀਆਂ ਇਸ ਗੱਲ ਤੇ ਰਾਜ਼ੀ ਹੋਈਆਂ ਜੋ ਖੇਤੀਬਾੜੀ ਮੰਤਰੀ ਨੇ ਕਿਹਾ ਕਿ ਅਗਰ ਐਮਐਸਪੀ ਤੇ ਸਹਿਮਤੀ ਬਣ ਗਈ ਤਾਂ ਫਿਰ ਅੰਦੋਲਨ ਖਤਮ ਕਰੋ। ਹਾਂ, 3 ਕਾਨੂੰਨ ਤੇ ਐਮਐਸਪੀ ਤੇ ਸਹਿਮਤੀ ਬਣ ਗਈ, ਫਿਰ ਕਾਨੂੰਨ ਖਤਮ ਹੋ ਸਕਦਾ। ਨਹੀਂ, ਅਗਰ ਕੱਲੀ ਐਮਐਸਪੀ ਜਿਹੜੀ ਸਹਿਮਤੀ ਬਣਦੀ ਹੈ ਤਾਂ ਕੱਲੀ ਤੇ ਨਹੀਂ ਜੀ, 3 ਕਾਨੂੰਨ ਮੇਨ ਸਾਡਾ ਹੱਬ ਹੈ। ਅੱਜ ਇਹ ਵੀ ਜ਼ਿਕਰ ਹੋਇਆ, ਖੇਤੀਬਾੜੀ ਮੰਤਰੀ ਨੇ ਕਿਹਾ ਕਿ ਤੁਸੀਂ ਬਾਹਰ ਜਾ ਕੇ ਕਹਿੰਦੇ ਹੋ ਕਿ ਸਰਕਾਰ ਅੜੀ ਹੋਈ ਹੈ, ਅਸੀਂ ਤਾਂ ਕਈ ਸਾਰੇ ਫੈਸਲੇ ਲੈ ਲਏ ਲੇਕਿਨ ਤੁਸੀਂ ਅੱਗੇ ਨਹੀਂ ਵਧ ਰਹੇ। ਔਰ ਉਹਨਾਂ ਨੇ ਕਿਹਾ, ਖੇਤੀਬਾੜੀ ਮੰਤਰੀ ਨੇ ਕਿਹਾ ਕਿ ਤੁਸੀਂ ਹੱਲ ਦੱਸ ਦਿਓ, ਫਿਰ ਹੱਲ ਹੈ ਨਿਕਲੇਗਾ ਕਿਵੇਂ? ਨਹੀਂ, ਹੱਲ ਤਾਂ ਦੱਸਿਆ ਹੋਇਆ, ਪਹਿਲਾਂ 4 ਤਰੀਕ ਵਾਲੀ ਮੀਟਿੰਗ 'ਚ ਕਲੀਅਰ ਕੱਟ ਕਰਤਾ ਸੀ ਵੀ 3 ਕਾਨੂੰਨ ਰਿਪੀਲ ਕਰ ਤੋਂ ਬਗੈਰ ਇਹ ਹੱਲ ਹੈ ਹੀ ਨਹੀਂ। ਤੁਸੀਂ ਜਿਹੜੇ ਰਸਤੇ ਅਲੱਗ-ਅਲੱਗ ਅਪਣਾ ਰਹੇ ਹੋ ਉਹ ਗਲਤ ਨੇ। ਤਾਂ ਹੁਣ ਇੱਕ ਕਰਨਾਲ ਦਾ ਜ਼ਿਕਰ ਹੋਇਆ ਕਿ ਕਰਨਾਲ ਦੇ ਵਿੱਚ ਪਰਚੇ ਦਰਜ ਕੀਤੇ ਗਏ, 900 ਕਿਸਾਨਾਂ ਦੇ ਉੱਤੇ ਛਾਪੇਮਾਰੀ ਕੀਤੀ ਜਾ ਰਹੀ ਹੈ, ਉਸ ਨੂੰ ਲੈ ਕੇ ਵੀ ਨਾਰਾਜ਼ਗੀ ਨਜ਼ਰ ਆਈ ਸੀ। ਨਹੀਂ, ਉਸ ਨੂੰ ਲੈ ਕੇ ਵੀ ਨਾਰਾਜ਼ਗੀ ਰੱਖਦੀ। 307 ਦੇ ਪਰਚੇ ਦਰਜ ਕਰਦੇ ਆ, ਨਹੀਂ ਹੋਣੇ ਚਾਹੀਦੇ। ਜਿਹੜੇ ਪਹਿਲਾਂ ਆੜਤੀਏ ਦੇ ਉੱਤੇ ਆਪਣੇ ਈਡੀ ਦੇ ਛਾਪੇ ਮਾਰੇ ਸੀ, ਫਿਰ ਗਾਇਕਾਰ ਫੜੇ। ਹੁਣ ਅੱਜ ਆਪਣੇ ਟਰਾਂਸਪੋਰਟਰਾਂ ਦੇ ਉੱਤੇ ਜਿਹੜੀ ਸਾਡੀ ਬੱਸਾਂ ਸਾਨੂੰ ਫ੍ਰੀ ਬੱਸ ਸਰਵਿਸ ਦੇ ਰਹੇ ਸੀਗੇ ਉਹਨਾਂ ਦੇ ਉੱਤੇ ਛਾਪੇ ਮਾਰਨ ਦੀ ਗੱਲ ਕੀਤੀ ਜਾ ਰਹੀ। ਇੱਕ ਸਰਕਾਰ ਨੇ ਜ਼ਿਕਰ ਕੀਤਾ ਅੱਜ ਫਿਰ, ਉਹਨਾਂ ਨੇ ਕਿਹਾ ਕਿ ਸੁਪਰੀਮ ਕੋਰਟ ਨੇ ਕਾਨੂੰਨਾਂ ਦੇ ਉੱਤੇ ਰੋਕ ਲਗਾ ਦਿੱਤੀ ਹੈ। ਫਿਰ ਪੁਆਇੰਟ ਟੂ ਪੁਆਇੰਟ ਉਹਨਾਂ ਨੇ ਕਿਹਾ ਕਿ ਚਰਚਾ ਕਰ ਲਓ, ਫਿਰ ਇਸ ਗੱਲ ਦਾ ਜ਼ਿਕਰ ਹੋਇਆ ਔਰ ਇਸੇ ਕਰਕੇ ਜ਼ਰੂਰੀ ਵਸਤੂ ਐਕਟ ਦਾ ਵੀ ਚਰਚਾ ਹੋਈ। ਬਿਲਕੁਲ, ਰਿਪੀਟ ਕਰਕੇ ਆਪਣੀ ਉਹੀ ਗੱਲ ਤੇ ਲੱਗੇ ਹੋਏ ਨੇ ਜਿੱਥੇ ਕਿ ਅਸੀਂ ਕਲੀਅਰ ਕਰ ਚੁੱਕੇ ਹਾਂ। ਪਰ ਜ਼ਰੂਰੀ ਅਵਸਥਾ ਵਾਲੇ 'ਚ ਵੀ ਅਸੀਂ ਤਾਂ ਗੱਲ ਕਰਨ ਦੀ ਕੋਸ਼ਿਸ਼ ਕੀਤੀ ਵੀ ਸ਼ਾਇਦ ਇਹ ਰਿਪੀਲ ਕਰਨ ਦੇ ਗੱਲ ਤਿਆਰ ਕਰ ਲੈਣ, ਪਰ ਨਹੀਂ, ਉਹ ਆਪਣੇ ਗੱਲ ਤੇ ਪੱਕੇ ਅੜੇ ਹੋਏ ਸੀ। ਜਥੇਬੰਦੀਆਂ ਇਸ ਗੱਲ ਨੂੰ ਲੈ ਕੇ 26 ਜਨਵਰੀ ਨੂੰ ਲੈ ਕੇ ਕੋਈ ਗੱਲਬਾਤ ਹੋਈ ਕਿ ਕੀ ਰੂਪਰੇਖਾ ਰਹੇਗੀ? ਨਹੀਂ, 26 ਜਨਵਰੀ ਨੂੰ ਲੈ ਕੇ ਕੋਈ ਗੱਲਬਾਤ ਨਹੀਂ। ਤਾਂ ਹੁਣ ਅਗਲੀ ਮੀਟਿੰਗ 'ਚ ਜਥੇਬੰਦੀਆਂ ਜਾਣਗੀਆਂ ਸਰਕਾਰ ਵੱਲੋਂ, ਸਰਕਾਰ ਨੇ ਜੋ ਬੈਠ ਕੇ ਫੈਸਲਾ ਕਰਦੇ ਉਹਨਾਂ ਨੇ ਤਰੀਕ ਰੱਖ ਲਈ ਹੈ। ਤਾਂ ਹਰ ਬਕਾਇਦਾ ਤੌਰ ਤੇ ਕਾਦੀਆਂ ਹੋਰਾਂ ਨੇ ਜਾਣਕਾਰੀ ਦਿੱਤੀ। ਹੋਰ ਕਿਸਾਨ ਨੁਮਾਇੰਦੇ ਜਿਹੜੇ ਨੇ ਬਾਹਰ ਆ ਰਹੇ ਨੇ, ਉਹਨਾਂ ਨਾਲ ਗੱਲਬਾਤ ਕਰ ਰਹੇ ਆ ਕਿ ਅੱਗੇ ਕਿਸ ਤਰੀਕੇ ਦੇ ਨਾਲ, ਕਿਉਂਕਿ ਅਗਲੀ ਮੀਟਿੰਗ ਸੱਦ ਲਈ ਗਈ, 19 ਤਰੀਕ ਨੂੰ ਅਗਲੀ ਮੀਟਿੰਗ ਹੋਣੀ ਹੈ ਔਰ ਅਗਲੀ ਮੀਟਿੰਗ ਦੇ ਲਈ ਨਹੀਂ, ਸਾਡੀ ਕੋਈ ਤਸੱਲੀ ਨਹੀਂ, ਇਸ ਤੱਕ ਵਾਪਸ ਤੱਕ ਦੀ ਗੱਲ ਆ। ਸੋ ਸਾਫ਼ ਤੌਰ ਤੇ ਸੁਣ ਰਹੇ ਸੀ ਅਸੀਂ ਲਖੋਵਾਲ ਸਾਹਿਬ ਨੂੰ, ਜਿਨ੍ਹਾਂ ਦਾ ਕਹਿਣਾ ਕਿ ਅਸੀਂ ਕਾਨੂੰਨਾਂ ਨੂੰ ਵਾਪਸ ਲੈ ਕੇ ਜਾਣਾ ਹੈਗਾ। ਕੁਝ ਹੋਰ ਆਗੂ ਨੇ, ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਉਹਨਾਂ ਦਾ ਇਹਨਾਂ ਬਾਰੇ ਕੀ ਕਹਿਣਾ। इसका हल निकाल देगी, तो यही है। 19 तारीख में फिर बात कर रहे हैं। हमारे मुद्दे में ही हैं। अभी 2 इशू हैं, 3 कानून और एमएसपी। एमएसपी पे सरकार भागना चाहती है लेकिन भागना नहीं देना। एमएसपी से ही शुरुआत होगी, 3 कानून से शुरुआत होगी, और देखते हैं सरकार कहाँ तक जाएगी। सरकार के मसले पे आ ही नहीं रही सरकार। हाँ, रपट रही है एमएसपी के मसले पे, उस एमएसपी के मसले पे ही तो जाना। 5 घंटे कैसे इसी पे हाँ, इन्हीं मुद्दों पे ही बात ना और कुछ नहीं। किसी बात की नाराजगी अंदर, किसी बात को लेकर नहीं, कोई नाराजगी नहीं। सुप्रीम कोर्ट को लेकर के कोई बातचीत हुई है? नहीं, कोई बात नहीं। सर, आज कमेटी के गठन को लेकर के बात हुई है कोई? किसानों की और केंद्र की कमेटी बना लेते हैं? नहीं, कुछ नहीं बोले केंद्र वाले। पर दूसरे जो किसान लीडर हैं वो बोल रहे हैं कि केंद्र की तरफ से कहा गया था कि कमेटी का गठन कर लेते हैं। अनऑफिशियली है वो, तो 2 आदमी बात कर लो, 4 बात कर लो, सारे जत्थेबंदी बात करेगी। उनके भी तो 40 आदमी हुए हैं, सारे बैठ के बात हो जाए। केंद्र की तरफ से बोला गया, आपकी तरफ से कोई नहीं डिसीजन है वो? नहीं, कुछ नहीं। वो तो कमेटी की तो मतलब ये है कि छोटे लोग बैठ के, कम शॉर्ट लोग बैठकर बात कर लो। अगला प्लान क्या रहेगा? महत्वपूर्ण बातचीत हुई नहीं? कोई भाई यही है कि कोर्ट में नहीं हम जा रहे,
कोर्ट की कमेटी के सामने नहीं जा रहे और सरकार से ही हम बात करेंगे, उसी से ही कानून को वापसी करवाएंगे। ठीक है जी, अगला प्लान, एक्शन प्लान क्या रहेगा? अगला प्लान कोई महत्वपूर्ण बिंदु पर फोकस करने की बात? 2 ही बिंदु है, एमएसपी पे कानून बने, 3 कानून वापसी हो। ये इसी बात पे मीटिंग खत्म हुई है, इसी पे खत्म होगी, यही बात है। 50 दिन में यहाँ से शुरू हो रही, यही खत्म हो रही। सर 19 जनवरी को मीटिंग के मेन मुद्दे क्या क्या रहेंगे? 2 ही मुद्दे रहेंगे, एमएसपी पे कानून और 3 बिल वापसी। लग रहा है कि 26 जनवरी से पहले सरकार मान जाएगी? नहीं मानना, ऐसे कैसे मान जाएगी सरकार? अभी तो लंबा चलेगी। मार्च करोगे ट्रैक्टर मार्च को लेकर अंदर सरकार ने कुछ कहा? नहीं, सरकार ने कुछ नहीं कहा। कुछ आपसे बात नहीं हुई इस बारे में? नहीं, उस बारे में नहीं। 18 तारीख का नहीं, जो कोर्ट में कोई वो डाल रखा, कोर्ट का आ जाएगा। हम पुलिस से, उनसे भी, वे भी अधिकारी भी साथ बात करेंगे। जो कार्यक्रम है लगातार, जैसे 18 तारीख को महिला किसान दिवस, सब चलते रहेंगे, सब चलते रहेंगे। जैसे खेत में काम होता है, ऐसे ही आंदोलन में भी, और जो कार्यक्रम सब चलते रहेंगे। 26 तारीख की तैयारी, और वो तो तैयारी तो है ही पूरी, उसमें बात करेंगे सब। बहुत धन्यवाद। साफ तौर ਤੇ ਤੁਸੀਂ ਸੁਣ ਰਹੇ ਸੀ यूपी ਦੇ ਆਗੂਆਂ ਨੂੰ ਜਿਨ੍ਹਾਂ ਦਾ